सिक्खी दे बूटे लाइए। अपने वालों अपने परिवारां वालों गुरसिख अमृतधारी नितनेमी बच्चे जो गरीब सिख परिवारां विचों होणगे, बकायदा इस गल का ध्यान रखा जाएगा कि वह व्यक्ति गरीब होवे। जिन्हां कोल कारां कोठियां ने वो तो गुरुद्वारे आके भी इदा सोचते ने भी शायद सरकारी ग्रांट है। एक मुहावरा बनया सी भी सरकारी तेल मिले तो ना सिर चलाउणा होवे ते जुत्ती चपा लो। साडी बिरती दे विच सब कुछ अच्छा नहीं है। जिन्हां नूं वाहिगुरू ने शक्ति समर्था दी है उन्होंने इस तरह दीयां सहूलतां दी आस नहीं रखनी चाहिए। सगों अरदास करनी चाहिए है, सच्चे पातशाह साडे कारोबारां विच बरकतां पाओ। असीं अपने बच्चे दी नहीं, असीं सगों होर भी किसी गरीब बच्चे दी फीस देण दे समर्थ हो सकीए। सो जिहड़े सचमुच गरीब परिवार ने और उन्हां दे घरां विच सिक्खी है, सच्चे पातशाह गुरु नानक साहब जी का हुक्म है कि नानक तिन कै संग साथ वड्डियां स्यों क्या रईस। गुरु हमेशा ही गरीब नवाज है। तो जदों आपां गुरु की मर्यादा दे विच आवांगे, तुसीं वेख लेना कि जदों एक गुरसिख बच्चा तुसीं अडाप्ट करोगे, तुहाडे घर दे किन्ने फजूल खर्चे खत्म हो जाणगे और सतगुरु तुहाडे घर विच किन्नी सुख समृद्धि बख्शदे ने। धर्म खलोता ही इस विश्वास दे सिर ते है कि जदों असीं रब दे काम करांगे, रब साडे काम करेगा। हर वेले अपना ते अपनिਆਂ दा ध्यान रखना ये मनुखां दा काम है, सिखां दा काम नहीं है। सिख सरबत दे भले दी सोच नूं मत्था टेकदा है। आओ सारे एक एक बच्चा अपने परिवार वालों अडाप्ट करिए। वो दिन दूर नहीं होवेगा जदों लखां ही सिख बच्चे उच्चियां पदवियां ते होणगे, वड्डे कारोबारां दे सीओ लगणगे। अगले समय वास्ते गुरबाणी विचार सरवण करिए जी। वाहिगुरू जी का खालसा, वाहिगुरू जी की फतेह। सतनाम वाहिगुरू साहिब जी। एक ओंकार करता पुरख निरभौ अकाल मूरत अजूनी सैभं गुर प्रसाद। जिस सिमरत दुख डेरा टहै, जिस सिमरत जम किछ ना कहै, जिस सिमरत होत सूके हरे,
ਜਿਸ ਸਿਮਰਤ ਡੂਬਤ ਪਾਹੁਨ ਤਰੇ, ਸੰਤ ਸਭਾ ਕਉ ਸਦਾ ਜੈਕਾਰ। ਹਰ ਹਰ ਨਾਮ ਜਨ ਪ੍ਰਾਣ ਆਧਾਰ। ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕਉ ਨਾਮ ਨਿਵਾਸ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਵਿਸ਼ਵ ਦੀ ਇਕਲੌਤੀ ਆਸ, ਗਿਆਨ ਦੇ ਮੁਜੱਸ਼ਮੇ, ਮਨੁੱਖਤਾ ਦੇ ਚਾਨਣ, ਸ਼ਬਦੇ ਅਵਤਾਰ, ਸ਼ਬਦ ਬ੍ਰਹਮ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਵਾਲੀਏ ਕੁਲ ਜਹਾਨ, ਲੋਕ ਪਰਲੋਕ ਕੇ ਸਹਾਇਕ, ਸਾਹਿਬ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਅੰਦਰ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੀਆਂ ਧੁਨੀਆਂ ਨਾਲ ਗੜੁੰਦ ਗੁਰੂ ਪ੍ਰੇਮ ਵਿੱਚ ਜੁੜ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੁਆਰਾ ਆਪਣੀ ਆਤਮਾ ਨੂੰ ਤਸਕੀਨ ਦੇ ਰਹੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨਾਲ ਨਿਵਾਜੀ ਹੋਈ ਪਵਿੱਤਰ ਧਰਤੀ ਤੇ ਜੁੜ ਬੈਠੇ ਸਮੂਹ ਗੁਰਸਿੱਖ ਸਤਸੰਗੀ ਜਨੋ, ਆਓ ਹਰ ਰੋਜ਼ ਦੀ ਤਰ੍ਹਾਂ ਗੁਰ ਸ਼ਬਦ ਦੀ ਵਿਚਾਰ ਦੀ ਸਾਂਝ ਕਰਨ ਲਈ ਆਪਣੇ ਹਿਰਦੇ ਦੇ ਅੰਦਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਅਸੀਸ ਬਖਸ਼ਿਸ਼ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਲਾ ਪੰਜਵਾ। ਅਬ ਮੇਰੋ ਪੰਚਾਂ ਤੇ ਸੰਗ ਟੂਟਾ, ਦਰਸ਼ਨ ਦੇਖ ਭੈ ਮਨ ਆਨੰਦ, ਗੁਰ ਕਿਰਪਾ ਤੇ ਛੂਟਾ। ਗੁਰੂ ਗੋਦ ਵਿੱਚ ਆਪ ਜੀਆਂ ਨੇ ਜੋ ਸ਼ਹੀਦੀ ਪਰੰਪਰਾ ਦੇ ਮੀਰ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਜੋ ਆਪ ਜੀਆਂ ਨੂੰ ਇਹ ਸ਼ਬਦ ਪਹਿਲੇ ਮਾਨਯੋਗ ਸਿੰਘ ਸਾਹਿਬ ਜੀ ਨੇ ਬੜੇ ਪਿਆਰ ਨਾਲ ਸਰਵਣ ਕਰਵਾਇਆ ਹੈ। ਹਰ ਰੋਜ਼ ਦੀ ਤਰ੍ਹਾਂ ਇਸ ਅੰਮ੍ਰਿਤ ਬਚਨ ਦੇ ਅੰਦਰ
ਸਤਿਗੁਰੂ ਜੀ ਨੇ ਮਨੁੱਖ ਨੂੰ ਅੰਦਰਲਾ ਸਵਾਰਨ ਦਾ ਉਪਦੇਸ਼ ਦਿੱਤਾ ਹੈ। ਯਾਦ ਰੱਖੋ, ਅਸੀਂ ਆਪਣਾ ਆਪਾ ਬਾਹਰੋਂ ਤੇ ਬਹੁਤ ਸਵਾਰਦੇ ਹਾਂ, ਲੇਕਿਨ ਅੰਦਰਲਾ ਘੱਟ ਸਵਾਰਦੇ। ਅੰਦਰ ਵੱਲ ਕੋਈ ਧਿਆਨ ਕਿਸੇ ਵਿਰਲੇ ਦਾ ਜਾਂਦਾ ਹੈ ਤੇ ਉਸ ਦਾ ਜਾਂਦਾ ਹੈ ਜਿਹੜੀ ਆਤਮਾ, ਜਿਹੜੀ ਰੂਹ ਗੁਰੂ ਨਾਲ ਜੁੜ ਜਾਂਦੀ ਹੈ। ਤੇ ਜਿਹੜੀ ਰੂਹ ਗੁਰੂ ਨਾਲ ਜੁੜ ਜਾਂਦੀ ਹੈ ਉਹ ਆਪਣੇ ਆਪੇ ਦੀ ਸਵੈ ਪੜਚੋਲ ਜ਼ਰੂਰ ਕਰਦਾ ਹੈ। ਸਵੈ ਪੜਚੋਲ ਕਰਨ ਤੋਂ ਬਾਅਦ ਉਹਦੇ ਹਿਰਦੇ ਦੇ ਅੰਦਰ ਇੱਕ ਆਨੰਦ ਪੈਦਾ ਹੁੰਦਾ ਹੈ, ਜਿਸ ਆਨੰਦ ਨੂੰ ਕਿਸੇ ਸ਼ਬਦ ਦੇ ਅੰਦਰ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜੀ ਅੰਦਰ ਖੁਸ਼ੀ, ਹੁਲਾਸ ਪੈਦਾ ਹੁੰਦਾ ਹੈ, ਉਸ ਦਾ ਸ਼ਬਦਾਂ ਵਿੱਚ ਕਹਿਣਾ ਅਸੰਭਵ ਹੈ। ਮਨੁੱਖ ਨੂੰ ਕੋਈ ਬਾਹਰੋਂ ਚੋਰ ਠੱਗ ਆਣ ਪਵੇ, ਕੋਈ ਲੁਟੇਰਾ ਲੁੱਟਣ ਆ ਪਵੇ, ਸਾਡਾ ਕਈ ਵਾਰ ਇਕਨੋਮਿਕਲੀ ਕੁਝ ਨਾ ਕੁਝ ਨੁਕਸਾਨ ਹੋ ਜਾਂਦਾ ਹੈ। ਲੇਕਿਨ ਰੋਜ਼ ਮਨੁੱਖ ਅੰਦਰੋਂ ਲੁੱਟੀਦਾ ਜਾ ਰਿਹਾ ਹੈ। ਇਹਦੇ ਅੰਦਰ ਲੁਟੇਰੇ ਇਹਨੂੰ ਲੁੱਟ ਰਹੇ ਨੇ, ਲੇਕਿਨ ਕਦੀ ਵੀ ਇਸਨੇ ਆਪਣੇ ਅੰਦਰ ਨਹੀਂ ਝਾਤ ਮਾਰੀ ਕਿ ਮੈਂ ਅੰਦਰੋਂ ਕਿੰਨਾ ਕੁ ਲੁੱਟਿਆ ਜਾ ਚੁੱਕਿਆ ਹਾਂ। ਜਦੋਂ ਅੰਦਰੋਂ ਜਿਹੜਾ ਲੁੱਟਿਆ ਹੋਇਆ ਹੈ, ਜਿੰਨੇ ਤਮਾਮ ਕਲੇਸ਼, ਝਗੜੇ, ਈਰਖਾ, ਨਫ਼ਰਤਾਂ ਸਾੜੇ ਨੇ, ਉਹਦਾ ਮੁੱਖ ਕਾਰਨ ਇਹ ਹੈ ਕਿ ਮਨੁੱਖ ਅੰਦਰੋਂ ਲੁੱਟਿਆ ਗਿਆ ਹੈ। ਤੇ ਇਹਨੂੰ ਇਹ ਸਮਝ ਵੀ ਨਹੀਂ ਆਈ ਮਨੁੱਖ ਨੂੰ ਕਿ ਮੈਂ ਅੰਦਰੋਂ ਲੁੱਟਿਆ ਜਾ ਚੁੱਕਾ ਹਾਂ। ਇਹ ਬਾਹਰ ਦੀਆਂ ਸ਼ਾਨੋ ਸ਼ੌਕਤਾਂ ਵਿੱਚ ਪੈ ਕੇ ਆਪਣਾ ਆਪਾ ਗਵਾ ਬੈਠਾ ਹੈ। ਲੇਕਿਨ ਜਿਸ ਦੇ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਿਸ ਦੇ ਉੱਤੇ ਗੁਰੂ ਦੀ ਰਹਿਮਤ ਹੁੰਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਦੇ ਉੱਤੇ ਤਰੁੱਠਦੇ ਨੇ, ਜਿਸ ਤੇ ਕਿਰਪਾ ਕਰਦੇ ਨੇ, ਉਹਦਾ ਲੋਕ ਤੇ ਪਰਲੋਕ ਸਵਾਰ ਦਿੰਦੇ ਨੇ। ਉਹਨੂੰ ਅੰਦਰੋਂ ਵੀ ਸਵਾਰ ਦਿੰਦੇ ਨੇ ਤੇ ਬਾਹਰੋਂ ਵੀ ਸਵਾਰ ਦਿੰਦੇ ਨੇ। ਦੁਨੀਆ ਦੀਆਂ ਜਿਤਨੀਆਂ ਵੀ ਵਡਿਆਈਆਂ ਨੇ, ਇਹਨੂੰ ਸੰਸਾਰ ਨੇ ਪਰਛਾਈ ਵੀ ਮੰਨਿਆ ਹੈ। ਹੁਣ ਮਨੁੱਖ ਆਪਣੀ ਪਰਛਾਈ ਦੇ ਪਿੱਛੇ ਦੌੜੇ, ਜਿੰਨਾ ਦੌੜੇਗਾ ਇਹ ਇਸ ਤੋਂ ਦੂਰ ਦੌੜੇਗੀ। ਲੇਕਿਨ ਸੌਖਾ ਜਿਹਾ ਇੱਕ ਫਾਰਮੂਲਾ ਹੈ ਕਿ ਜੇ ਇਸ ਵੱਲ ਪਿੱਠ ਕਰਕੇ ਇਹ ਦੌੜਨਾ ਸ਼ੁਰੂ ਕਰ ਦੇ ਤੇ ਉਹ ਪਰਛਾਈ ਪਿੱਛੇ ਵੀ ਆ ਜਾਂਦੀ ਹੈ। ਅਸੀਂ ਆਪਣੇ ਅੰਦਰ ਝਾਤ ਮਾਰਦੇ ਨਹੀਂ ਕਿ ਜਿਸ ਦੇ ਪਿੱਛੇ ਅਸੀਂ ਦੌੜਦੇ ਹਾਂ ਉਹ ਸਾਡੇ ਪਿੱਛੇ ਆ ਜਾਣਾ ਹੈ, ਸਭ ਕੁਝ ਆ ਜਾਣਾ ਹੈ। ਲੇਕਿਨ ਜ਼ਰੂਰਤ ਕੀ ਹੈ ਕਿ ਗੁਰੂ ਦੇ ਬਣਨ ਦੀ ਲੋੜ ਹੈ। ਗੁਰੂ ਦੇ ਹੁਕਮ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਨ ਦੀ ਲੋੜ ਹੈ। ਜਿਹੜਾ ਗੁਰੂ ਬਾਬਾ ਜੀ ਨੇ ਬਚਨ ਕੀਤਾ ਹੈ, ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਸਾਡੇ ਤੇ, ਕਿ ਅਸੀਂ ਕਿਵੇਂ ਸਚਿਆਰ ਬਣਨਾ ਹੈ। ਜੇ ਕਹਿ ਲਈਏ ਸਾਰੀ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਮਨੁੱਖ ਨੂੰ ਸਚਿਆਰ ਬਣਾਉਣ ਦਾ ਉਪਦੇਸ਼ ਦਿੰਦੀ ਹੈ, ਭਾਵੇਂ ਇਹ ਸੁਣਿਆ ਵੀ ਅਣਸੁਣਿਆ ਕਰ ਲੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਹ ਬਾਰ-ਬਾਰ ਉਪਦੇਸ਼ ਕਰਕੇ, ਬਾਰ-ਬਾਰ ਇਹਨਾਂ ਠੱਗਾਂ ਤੋਂ, ਚੋਰੀਆਂ ਤੋਂ ਬਚਣ ਵਾਸਤੇ ਉਪਦੇਸ਼ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਲੰਬੇ ਪਿੰਡ ਵਿੱਚ ਜਾਂਦੇ ਹੈ ਤੇ ਤੁਲੰਬੇ ਪਿੰਡ ਦਾ ਜਿਹੜਾ ਵੀ ਕੋਈ ਆਉਂਦਾ ਹੈ ਉਸ ਨੂੰ ਲੁੱਟ ਲੈਣ ਵਾਲਾ ਸੱਜਣ ਨਾਉਂ ਦਾ ਵਿਅਕਤੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨਮ ਸਾਖੀ ਵਿੱਚ ਜ਼ਿਕਰ ਜਿਹੜਾ ਕੀਤਾ ਮਿਲਦਾ ਹੈ, 16 ਵਾਰ ਸੱਜਣ ਨੂੰ ਲਿਖਿਆ ਹੈ, ਸੱਜਣਾ ਤੇਰਾ ਨਾਂ ਕੀ ਹੈ? ਕਹਿਣ ਲੱਗਾ ਜੀ ਸੱਜਣ। ਸਤਿਗੁਰੂ ਜੀ ਕਹਿੰਦੇ ਸੱਜਣਾ ਸੱਜਣ ਬਣ ਤੇ ਸੱਜਣਾ ਵਾਲੇ ਕੰਮ ਕਰ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੋਜ਼ਿਟਿਵ ਥਿੰਕਿੰਗ ਇਤਨੀ ਹੈ ਕਿ ਕਿਸੇ ਨੂੰ ਸਮਝਾਉਣ ਦਾ ਤਰੀਕਾ ਵੀ ਇੰਨਾ ਪਿਆਰ ਭਰਿਆ ਹੈ। ਗਲਤ ਰਸਤੇ ਚੱਲਣ ਵਾਲੇ ਨੂੰ ਵੀ ਇੰਨੇ ਕੁ ਪਿਆਰ ਵਿੱਚ ਕਹਿੰਦੇ ਕਿ ਉਹ ਦੁਬਾਰਾ ਗਲਤ ਰਸਤੇ ਤੇ ਹੀ ਨਹੀਂ ਚੱਲਦਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੱਜਣ ਨੂੰ ਕਿਹਾ ਕਿ ਸੱਜਣਾ ਸੱਜਣ ਬਣ ਤੇ ਸੱਜਣਾ ਵਾਲੇ ਕੰਮ ਕਰ। ਪਤਾ ਹੀ ਸੱਜਣ ਕਿਹੋ ਜਿਹੇ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸੱਜਣ ਨੂੰ ਕਿ ਸੱਜਣ ਉਹ ਹੁੰਦੇ ਨੇ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਸੱਜਣ ਤੇ ਉਹ ਹੁੰਦਾ ਹੈ ਜਿਹੜਾ ਨਾਲ ਚੱਲਣ ਵਾਲਾ ਹੋਵੇ, ਨਾਲ ਸਾਥ ਦੇਣ ਵਾਲਾ ਹੋਵੇ। ਸਤਿਗੁਰੂ ਜੀ ਨੇ ਸਮਝਾ ਦਿੱਤਾ ਕਿ ਇਹ ਜਿਹੜਾ ਧਨ ਪਦਾਰਥ ਠੱਗੀਆਂ ਮਾਰ ਕੇ ਇਕੱਤਰ ਕੀਤਾ ਹੋਇਆ ਹੈ, ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ, ਇਸ ਨੇ ਤੇਰਾ ਸਾਥ ਨਹੀਂ ਦੇਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸਰਵਣ ਕਰਕੇ ਸੱਜਣ ਸੱਜਣ ਬਣ ਗਿਆ, ਸੱਜਣ ਸੱਜਣ ਬਣ ਗਿਆ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਰੋਜ਼ ਸਾਨੂੰ, ਅਸੀਂ ਆਸਾ ਜੀ ਦੀ ਵਾਰ ਵਿੱਚ ਵੀ ਸਰਵਣ ਕਰਦੇ ਹਾਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਪਰ ਅਸੀਂ ਪਰਾਇਆ ਹੱਕ ਛੀਨਣ ਤੋਂ ਟਲਦੇ ਕਿੰਨੇ ਕਹਾਂ। ਇਹ ਆਪਣੀ ਨਾਲ ਨਾਲ ਅੰਦਰ ਝਾਤ ਜ਼ਰੂਰ ਮਾਰਨੀ, ਕੀ ਮੈਂ ਇਹਨਾਂ ਆਦਤਾਂ ਨੂੰ ਬਦਲਿਆ ਕਿ ਨਹੀਂ ਬਦਲਿਆ। ਨਹੀਂ ਤੇ ਗੱਲ ਉਹੀ ਰਹਿ ਜਾਏਗੀ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠਾ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਸ਼ਬਦ ਦੀ ਵਿਚਾਰ ਸਾਡੇ ਜ਼ਿਹਨ ਦੇ ਅੰਦਰ ਨਹੀਂ ਆਉਂਦੀ ਤੇ ਉਹ ਜ਼ਿਹਨ ਵਿੱਚ ਆ ਕੇ ਸਾਡਾ ਜੀਵਨ ਉਹਦੇ ਮੁਤਾਬਕ ਨਹੀਂ ਹੁੰਦਾ, ਉਨੀ ਦੇਰ ਤੱਕ ਆਤਮਿਕ ਆਨੰਦ ਨਹੀਂ ਬਣ ਸਕਦਾ। ਆਨੰਦ ਸ਼ਬਦ ਉਹ ਸ਼ਬਦ ਹੈ, ਮੈਂ ਕਈ ਵਾਰ ਇਹ ਜ਼ਿਕਰ ਕੀਤਾ ਹੈ ਕਿ ਸੁਖ ਦਾ ਵਿਰੋਧੀ ਸ਼ਬਦ ਹੈ ਦੁੱਖ, ਸ਼ੁੱਧ ਦਾ ਵਿਰੋਧੀ ਸ਼ਬਦ ਹੈ ਅਸ਼ੁੱਧ। ਆਨੰਦ ਆਪਣੇ ਆਪ ਵਿੱਚ ਇੱਕ ਮੁਕੰਮਲ ਸ਼ਬਦ ਹੈ ਜਿਸ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ। ਬਸ ਇਹਦਾ ਕੋਈ ਹੋਰ ਬਦਲਵਾਂ ਰੂਪ ਨਹੀਂ ਕਿਹਾ ਜਾ ਸਕਦਾ। ਅੰਦਰੋਂ ਖੇੜਾ ਪੈਦਾ ਹੋ ਜਾਂਦਾ ਹੈ, ਅੰਦਰ ਆਨੰਦ ਜਦੋਂ ਆ ਜਾਂਦਾ ਹੈ। ਪਰ ਉਹ ਆਉਂਦਾ ਕਦੋਂ ਹੈ? ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਤੇ ਗੁਰੂ ਦੀ ਬਖਸ਼ਿਸ਼ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਸੁਰਤ ਕਰਕੇ ਪਿਆਰ ਵਿੱਚ ਭਿੱਜ ਕੇ ਗੁਰੂ ਨਾਲ ਜੁੜ ਜਾਂਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਅੰਦਰ ਯਾਤਰਾ ਕਰਦਿਆਂ ਹੋਇਆਂ ਇੱਕ ਵਾਰ ਇੱਕ ਸਰੋਵਰ ਤੇ ਜਾਣ ਦਾ ਸਬਬ ਬਣਿਆ ਤੇ ਕੀ ਦੇਖਿਆ ਕਿ ਉਹ ਸਰੋਵਰ ਤੇ ਬੜੀ ਹਰਿਆਲੀ ਚਹਿਲ ਪਹਿਲ ਹੈ, ਕਮਲ ਦੇ ਫੁੱਲ ਖਿੜੇ ਹੋਏ ਨੇ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇਖ ਕੇ ਬੜੇ ਖੁਸ਼ ਹੋਏ, ਅੱਗੇ ਚਲੇ ਗਏ। ਕੁਝ ਵਕਤ ਬੀਤ ਜਾਣ ਤੋਂ ਬਾਅਦ ਜਦੋਂ ਦੁਬਾਰਾ ਉੱਥੇ ਆਏ ਤੇ ਕੀ ਦੇਖਦੇ, ਕੋਈ ਕਮਲ ਦਾ ਫੁੱਲ ਖਿੜਿਆ ਨਹੀਂ, ਚਹਿਲ ਪਹਿਲ ਨਹੀਂ, ਕੋਈ ਖੁਸ਼ੀ ਖੇੜਾ ਨਹੀਂ। ਸਤਿਗੁਰੂ ਜੀ ਨੇ ਉਸ ਸਰੋਵਰ ਦੇ ਉੱਤੇ ਇੱਕ ਸਵਾਲ ਕੀਤਾ ਕਿ ਤੇਰੀ ਚਹਿਲ ਪਹਿਲ ਕਿੱਥੇ ਗਈ? ਕਹਿਣ ਲੱਗੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜੀ ਹੋਈ, ਕਾਲੀ ਹੋਈ ਹੈ ਤੇਰੀ ਦੇਹਰੀ ਜਿਹੜੀ ਹੋਈ ਹੈ, ਤੇਰਾ ਸਰੀਰ ਜਿਹੜਾ ਹੈ ਕਾਲੀ ਹੋਈ ਆ ਦੇਹਰੀ, ਨਾਨਕ ਮਨ ਤਨ ਭੰਗ। ਇਹ ਸੁਣ ਕੇ ਸਰੋਵਰ ਭੁੱਬਾਂ ਨਿਕਲ ਗਈਆਂ। ਡਡਿਆ ਕੇ ਕਹਿਣ ਲੱਗਾ, ਕੁਰਲਾ ਕੇ ਕਹਿਣ ਲੱਗਾ ਕਿ ਜਿਹਦਾ ਕਰਕੇ ਮੇਰੇ ਤੇ ਖੁਸ਼ੀ ਖੇੜਾ ਹਰਿਆਲੀ ਸੀ ਉਹ ਮੇਰੇ ਵਿੱਚ ਨਹੀਂ ਰਿਹਾ। ਭਾਵ ਕਹਿਣ ਲੱਗਾ ਕਿ ਮੇਰਾ ਜਿਹੜਾ ਹੈ ਹਾਲਾਤ ਇਹ ਤਰਸਯੋਗ ਹੋਣ ਦਾ ਕਾਰਨ ਹੈ, ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰਫੜੈ ਚੜ੍ਹੈ ਚਵਗਣ ਵਨ। ਜਿਹਦਾ ਕਰਕੇ ਮੇਰੇ ਤੇ ਖੁਸ਼ੀ ਖੇੜਾ ਸੀ ਉਹ ਨਹੀਂ ਰਿਹਾ। ਭਾਵ ਮੇਰਾ ਪਾਣੀ ਨਾਲੋਂ ਸੰਬੰਧ ਟੁੱਟ ਗਿਆ ਹੈ, ਇਸ ਕਰਕੇ ਮੇਰੀ ਹਾਲਤ ਤਰਸਯੋਗ ਹੋ ਗਈ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡਾ ਸੰਬੰਧ ਬਾਣੀ ਨਾਲੋਂ ਟੁੱਟ ਗਿਆ, ਇਸ ਕਰਕੇ ਸਾਡੀ ਹਾਲਤ ਵੀ ਤਰਸਯੋਗ ਹੋ ਗਈ ਹੈ। ਇਹਨਾਂ ਹਾਲਾਤਾਂ ਵਿੱਚ ਗੁਜ਼ਰਨ ਦੇ ਕਾਰਨ ਇਹ ਹੈ
ਆਪਸੀ ਭਾਈਚਾਰਕ ਸਾਂਝਾ ਖਤਮ ਹੋਣ ਦਾ ਕਾਰਨ ਇਹ ਹੈ ਕਿ ਅਸੀਂ ਬਾਣੀ ਨਾਲੋਂ ਦੂਰ ਹੋ ਗਏ। ਜਿਹੜਾ ਸਾਹਿਬ ਨੇ ਅੰਮ੍ਰਿਤ ਬਚਨ ਸਾਡੀ ਝੋਲੀ ਵਿੱਚ ਬਚਨ ਪਾਇਆ ਹੈ ਕਿ ਅਸੀਂ ਪੰਜਾਂ ਦੇ ਵਸ ਹੋ ਕੇ ਦੌੜੇ ਫਿਰਦੇ ਹਾਂ, ਤੇ ਪੰਜ ਜਿਹੜੇ ਸਾਡੇ ਦੁਸ਼ਮਣ ਨੇ ਉਹ ਸਾਨੂੰ ਨਠਾਈ ਫਿਰਦੇ ਨੇ। ਜਿੱਥੇ ਪੰਜ ਦੁਸ਼ਮਣ ਕਾਮ, ਕ੍ਰੋਧ, ਲੋਭ, ਹੰਕਾਰ ਅਸੀਂ ਮੰਨਦੇ ਹਾਂ, ਇਹਦੇ ਨਾਲ ਗੁਰੂ ਬਾਬਾ ਜੀ ਨੇ ਪੰਜ ਹੋਰ ਵੀ ਸਾਡੇ ਠੱਗ ਜਿਹੜੇ ਹੈ, ਸਾਨੂੰ ਠੱਗਣ ਵਾਲੇ ਹੈ, ਉਹ ਮੰਨੇ ਨੇ। ਇੱਕ ਰਾਜ ਭਾਗ ਜਿਹੜਾ ਹੈ ਉਹ ਵੀ ਮਨੁੱਖ ਨੂੰ ਕਈ ਵਾਰ ਹੁੰਦਾ ਇਹ ਹੈ ਕਿ ਜਦੋਂ ਰਾਜ ਸ਼ਕਤੀਆਂ ਆ ਜਾਂਦੀਆਂ ਨੇ ਤੇ ਰਾਜ ਸ਼ਕਤੀਆਂ ਦੇ ਵਸ ਹੋ ਕੇ ਇਹ ਮਨੁੱਖ ਆਪਣੇ ਆਪੇ ਨਾਲੋਂ ਟੁੱਟ ਜਾਂਦਾ ਹੈ। ਇਹਨੂੰ ਆਪਣੇ ਆਪੇ ਦੀ ਪਹਿਚਾਣ ਭੁੱਲ ਜਾਂਦੀ ਹੈ। ਦੂਸਰਾ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਸਮਝਾਉਣਾ ਕੀਤਾ ਹੈ ਕਿ ਜਦੋਂ ਕਿਤੇ ਮਨੁੱਖ ਇਹਦੇ ਕੋਲ ਖੂਬਸੂਰਤੀ ਆ ਜਾਵੇ, ਸੁੰਦਰਤਾ ਹੋਵੇ, ਇਹ ਸੁੰਦਰਤਾ ਦੇ ਵਸ ਹੋ ਕੇ ਵੀ ਆਪਣੀ ਸੁੰਦਰਤਾ ਦਾ ਹੀ ਹੰਕਾਰ ਕਰ ਬੈਠਦਾ ਹੈ। ਸੁੰਦਰਤਾ ਵਸ ਹੋ ਕੇ ਵੀ ਰੱਬ ਨਾਲੋਂ ਟੁੱਟ ਜਾਂਦਾ ਹੈ। ਆਪਣੀ ਅਸਲੀਅਤ ਨਾਲੋਂ ਟੁੱਟ ਕੇ ਉਹਦੇ ਵਸ ਹੋ ਕੇ ਹੀ ਆਪਣੀ ਖੂਬਸੂਰਤੀ ਵਿੱਚ ਹੀ ਗਵਾਚ ਜਾਂਦਾ ਹੈ, ਤੇ ਇਹਨੂੰ ਉਹ ਬਾਹਰ ਦੀ ਖੂਬਸੂਰਤੀ ਇਹਦੀ ਅੰਦਰ ਦੀ ਖੂਬਸੂਰਤੀ ਲੁੱਟ ਲੈਂਦੀ ਹੈ। ਇਹਦੇ ਕੋਲ ਜੋਬਨ, ਜਵਾਨੀ ਜਿਹੜੀ ਹੈ ਉਹ ਵੀ ਇਹਨੂੰ ਲੁੱਟ ਲੈਂਦੀ ਹੈ। ਬਾਹਰ ਦੀ ਜਵਾਨੀ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨੂੰ ਲੁੱਟ ਕੇ ਇਹਨੂੰ ਆਪਣੇ ਇਹਦੇ ਹਾਲਾਤ ਇਹ ਬਣਾ ਦਿੰਦੇ ਨੇ ਕਿ ਇਹ ਉਸ ਖੱਡ ਵਿੱਚ ਜਾ ਡਿੱਗਦਾ ਹੈ, ਉਸ ਖਾਈ ਵਿੱਚ ਜਾ ਡਿੱਗਦਾ ਹੈ ਕਿ ਇਹਨੂੰ ਆਪਣਾ ਜਿਹੜਾ ਉੱਠਣਾ ਵੀ ਔਖਾ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਭਾਈ ਇਹਨਾਂ ਪੰਜਾਂ ਤੋਂ ਤੂੰ ਤਾਂ ਛੁੱਟ ਸਕਦਾ ਹੈ ਜੇ ਗੁਰੂ ਦੇ ਕੋਲ ਆ ਜਾਵੇਂ। ਗੁਰੂ ਕੋਲ ਸਰੀਰ ਕਰਕੇ ਨਹੀਂ, ਸੁਰਤ ਕਰਕੇ ਆਉਣਾ ਹੈ। ਇੰਨੀ ਠੱਗੀ ਜੱਗ ਠੱਗਿਆ। ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਅੰਮ੍ਰਿਤ ਬਚਨ ਦੇ ਅੰਦਰ ਇਹ ਸਮਝਾਉਣ ਦਾ ਯਤਨ ਪੈ ਕਰਦੇ ਨੇ। ਆਓ ਪਿਆਰ ਵਿੱਚ ਇਸ ਅੰਮ੍ਰਿਤ ਬਚਨ ਦੀ ਸਾਂਝ ਕਰਨ ਦਾ ਯਤਨ ਕਰੀਏ। ਅਬ ਮੇਰੋ ਪੰਚਾਂ ਤੇ ਸੰਗ ਟੂਟਾ। ਮੇਰਾ ਜਿਹੜਾ ਪੰਜਾਂ ਨਾਲੋਂ ਸੰਬੰਧ ਸੀਗਾ ਉਹ ਟੁੱਟ ਗਿਆ। ਮੈਂ ਪੰਜਾਂ ਨਾਲੋਂ ਖਹਿੜਾ ਛੁਡਾ ਲਿਆ। ਕਿਵੇਂ ਛਡਾਇਆ ਹੈ? ਦਰਸ਼ਨ ਦੇਖ ਭੈ ਮਨ ਆਨੰਦ, ਗੁਰ ਕਿਰਪਾ ਤੇ ਛੂਟਾ। ਇੱਕ ਦਿਨ ਜਹਾਂਗੀਰ ਨੇ ਸਾਈਂ ਮੀਆਂ ਮੀਰ ਜੀ ਨੂੰ ਇੱਕ ਬਚਨ ਕਿਹਾ। ਕਹਿਣ ਲੱਗੇ ਕਿ ਜਦੋਂ ਤੁਹਾਡੇ ਕੋਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਉਂਦੇ ਨੇ, ਤੁਸੀਂ ਉੱਠ ਕੇ ਅੱਗੋਂ ਜਾ ਕੇ ਘੋੜੇ ਦੀਆਂ ਵਾਗਾਂ ਫੜ ਕੇ ਸਤਿਕਾਰ ਨਾਲ ਲੈ ਕੇ ਆਉਨੇ ਹੋ, ਲੇਕਿਨ ਜਦੋਂ ਮੈਂ ਤੁਹਾਡੇ ਕੋਲ ਆਉਣਾ ਤੇ ਤੁਸੀਂ ਇਦਾਂ ਕਦੀ ਨਹੀਂ ਕੀਤਾ। ਜਿੱਦਾਂ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਰਦੇ ਹੋ, ਮੈਂ ਇੱਕ ਰਾਜਾ ਮੇਰਾ ਨਹੀਂ ਕਰਦੇ। ਤੇ ਸਾਈਂ ਮੀਆਂ ਮੀਰ ਜੀ ਕਹਿਣ ਲੱਗੇ, ਰਾਜਨ, ਜਦੋਂ ਅਸੀਂ ਅੱਲਾਹ ਤਾਲਾ ਦੇ ਦਰ ਤੇ, ਉਸ ਖੁਦਾ ਦੇ ਦਰ ਤੇ ਬੰਦਗੀ ਕਰਨ ਵਾਲੇ ਬੰਦਗੀ ਕਰਕੇ ਇੱਕ ਦੁਆ ਕਰਦੇ ਹਨ, ਤੇ ਉਸ ਦੁਆ ਦੇ ਵਕਤ ਸਾਨੂੰ ਸਾਹਮਣੇ ਜੋ ਨਜ਼ਰ ਆਉਂਦਾ ਹੈ, ਦੁਆ ਕਰਦਿਆਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਜੋ ਆਉਂਦਾ ਹੈ, ਉਹ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਨਜ਼ਰ ਆਉਂਦਾ ਹੈ। ਤੇ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਇਸ ਕਰਕੇ ਅਸੀਂ ਉਹਨਾਂ ਨੂੰ, ਕਿਉਂਕਿ ਅੱਲਾਹ ਤਾਲਾ ਦੇ ਸਭ ਤੋਂ ਕਰੀਬ ਅਸੀਂ ਸਮਝਦੇ ਹਾਂ ਕਿ ਅੱਲਾਹ ਤਾਲਾ ਦਾ ਜੇ ਰੂਪ ਨੇ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਇਸ ਕਰਕੇ ਅਸੀਂ ਸਤਿਕਾਰ ਸਹਿਤ ਗੁਰੂ
ਮਹਾਰਾਜ ਜੀ ਦੇ ਘੋੜੇ ਨੂੰ ਲੈ ਕੇ ਆਉਂਦੇ ਹਾਂ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ। ਜਿਸ ਗੁਰੂ ਕੋਲੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ, ਜਿਸ ਮਿਲਿਐ ਮਨ ਹੋਏ ਆਨੰਦ, ਜਿਹਨੂੰ ਮਿਲਣ ਕਰਕੇ ਮਨ ਦੇ ਅੰਦਰ ਆਨੰਦ ਆ ਜਾਵੇ, ਜਿਹਨੂੰ ਮਿਲਣ ਕਰਕੇ ਮਨ ਦੇ ਅੰਦਰ ਖੁਸ਼ੀ ਤੇ ਖੇੜਾ ਪੈਦਾ ਹੋ ਜਾਵੇ, ਸੋ ਸਤਿਗੁਰ ਕਹੀਏ, ਉਹਨੂੰ ਹੀ ਸੱਚਾ ਗੁਰੂ ਕਹਿਣਾ ਚਾਹੀਦਾ ਹੈ। ਮਨ ਕੀ ਦੁਬਿਧਾ ਬਿਨ ਸਜਾਏ, ਮਨ ਦੁਬਿਧਾ ਵਿੱਚ ਹੋਵੇ, ਮਨ ਭਰਮ ਵਿੱਚ ਹੋਵੇ, ਮਨ ਭੁਲੇਖੇ ਵਿੱਚ ਹੋਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਦੁਬਿਧਾ ਦੂਰ ਕਰ ਦੇਣ, ਦੁਬਿਧਾ ਨੂੰ ਖਤਮ ਕਰਕੇ ਇੱਕ ਐਸਾ ਰਸਤਾ ਦਿਖਾ ਦੇਣ ਜਿਸ ਰਸਤੇ ਦੇ ਉੱਤੇ ਚੱਲਦਿਆਂ ਸਾਡੇ ਆਤਮਿਕ ਆਨੰਦ ਬਣਿਆ ਰਹੇ। ਹੁਣ ਇਹ ਇਤਿਹਾਸ ਤੇ ਤੁਹਾਡੇ ਦਿੱਲੀ ਦੇ ਵਿੱਚ ਹੀ ਵਾਪਰਿਆ ਹੈ ਕਿ ਆਤਮਿਕ ਆਨੰਦ ਇੰਨਾ ਬਣ ਜਾਂਦਾ ਹੈ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਭਾਈ ਮਤੀ ਦਾਸ ਜੀ ਦੇ ਸਿਰ ਤੇ ਜਲਾਦਾਂ ਨੇ ਆਰਾ ਰੱਖਿਆ। ਤੁਸੀਂ ਇਤਿਹਾਸ ਪੜ੍ਹਿਆ ਸੁਣਿਆ ਹੈ। ਤੇ ਉਹਨਾਂ ਪੁੱਛਿਆ ਕਿ ਤੇਰੀ ਆਖਰੀ ਕੋਈ ਡਿਮਾਂਡ ਹੈ, ਕੋਈ ਖੁਆਇਸ਼ ਹੈ ਤੇ ਦੱਸ। ਕਹਿਣ ਲੱਗੇ ਕਿ ਮੇਰਾ ਮੂੰਹ ਜਿਹੜਾ ਹੈ ਮੇਰੇ ਗੁਰੂ ਵੱਲ ਕਰ ਦਿਓ। ਕਿਉਂ? ਕਹਿੰਦੇ ਜਦ ਤੱਕ ਮੇਰੀਆਂ ਇਹ ਅੱਖਾਂ ਖੁੱਲੀਆਂ ਰਹਿਣ ਮੈਨੂੰ ਮੇਰੇ ਗੁਰੂ ਦਾ ਦੀਦਾਰ ਹੁੰਦਾ ਰਹੇ। ਇਹ ਸਿੱਖ ਦਾ ਤੇ ਗੁਰੂ ਦੇ ਪਿਆਰ ਦਾ ਇੱਕ ਰਿਸ਼ਤਾ ਹੈ। ਇਸ ਤੋਂ ਇਹ ਝਲਕ ਪੈਂਦੀ ਹੈ। ਇੱਥੇ ਹੀ ਨਹੀਂ, ਕਹਿੰਦੇ ਇਹੋ ਜਿਹਾ ਤੇ ਭਾਵੇਂ ਕੋਈ ਹੋਰ ਵੀ ਮੰਗ ਹੈ ਤੇ ਲੈ ਲਾ। ਕਹਿੰਦੇ ਜੇ ਹੋਰ ਦੇਣਾ ਹੈ ਤੇ ਭਾਈ ਮਤੀ ਦਾਸ ਕਹਿੰਦਾ ਕਿ ਜਲਾਦਾ ਆਪਣੇ ਆਰੇ ਦੇ ਦੰਦੇ ਤਿੱਖੇ ਕਰ ਲਾ, ਉਂਗਲੀ ਫੇਰ ਕੇ ਚੈੱਕ ਕੀਤਾ। ਜਲਾਦ ਮੁਸਕਰਾ ਕੇ ਕਹਿਣ ਲੱਗਿਆ ਕਿ ਮੈਨੂੰ ਪਤਾ ਸੀ ਤੁਸੀਂ ਖੁੰਡੇ ਦੰਦੇ ਵੇਖ ਕੇ ਘਬਰਾ ਜਾਓਗੇ। ਕਹਿੰਦਾ ਨਹੀਂ, ਤੇਰੇ ਖੁੰਡੇ ਦੰਦਿਆਂ ਤੋਂ ਨਹੀਂ ਘਬਰਾਇਆ, ਫਿਰ ਕਾਹਤੋਂ ਕਹਿਣਾ ਹੈ ਕਿ ਆਪਣੇ ਆਰੇ ਦੇ ਦੰਦੇ ਤਿੱਖੇ ਕਰ ਲਾ। ਜਦੋਂ ਜਲਾਦ ਨੇ ਇਹ ਸਵਾਲ ਕੀਤਾ ਤੇ ਭਾਈ ਮਤੀ ਦਾਸ ਕਹਿੰਦਾ ਜਲਾਦਾ ਇਸ ਕਰਕੇ ਕਹਿਣਾ ਹੈ ਜਦੋਂ ਤੂੰ ਮੇਰੇ ਸਰੀਰ ਦੇ ਉੱਤੇ ਆਰਾ ਚਲਾਉਣਾ ਹੈ ਨਾ, ਮੈਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਵਿੱਚ ਲੱਗ ਜਾਣਾ ਹੈ। ਮੈਂ ਗੁਰੂ ਦੀ ਬਾਣੀ ਪੜ੍ਹਨੀ ਹੈ ਤੇ ਤੇਰੇ ਆਰੇ ਦੇ ਥੱਲੇ ਅਹਿਲ ਤੇ ਅਡੋਲ ਖੜੇ ਰਹਿਣਾ ਹੈ। ਇਸ ਕਰਕੇ ਕਹਿਣਾ ਆਰੇ ਦੇ ਦੰਦੇ ਤਿੱਖੇ ਕਰ ਲਾ ਕਿ ਤੇਰੇ ਖੁੰਡੇ ਦੰਦੇ ਚੀਰ ਟੇਢਾ ਨਾ ਪਾ ਦੇਣ ਕਿਧਰੇ। ਮੈਂ ਕਹਿੰਦਾ ਕਿ ਚੀਰ ਸਿੱਧਾ ਪੈ ਜਾਵੇ, ਆਉਣ ਵਾਲੀਆਂ ਨਸਲਾਂ ਫਖਰ ਤੇ ਮਾਣ ਨਾਲ ਕਹਿਣ ਕਿ ਮਤੀ ਦਾਸ ਆਰੇ ਥੱਲੇ ਵੀ ਅਹਿਲ ਤੇ ਅਡੋਲ ਰਿਹਾ ਸੀ। ਇਹ ਗਾਥਾ ਗੁਰੂ ਨਾਲ ਪਿਆਰ ਕਰਨ ਵਾਲਿਆਂ ਦੀ ਹੈ। ਇਹ ਗਾਥਾ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਆਨੰਦ ਪੈਦਾ ਹੋਇਆ ਹੈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਖੁਸ਼ੀ ਪੈਦਾ ਹੋਈ ਹੈ। ਦੁਨੀਆ ਦੇ ਲੋਕ ਧਨ ਪਦਾਰਥ ਇਕੱਠਾ ਕਰਕੇ ਆਨੰਦ ਨਹੀਂ ਹਾਸਲ ਕਰ ਸਕਦੇ, ਪਰ ਗੁਰੂ ਕਾ ਸਿੱਖ ਆਰੇ ਥੱਲੇ ਖੜੋ ਕੇ ਵੀ ਆਨੰਦ ਪੈਦਾ ਕਰ ਸਕਦਾ ਹੈ। ਆਰੇ ਹੇਠ ਵੀ ਜ਼ਿੰਦਗੀ ਮਾਣ ਸਕਦਾ ਹੈ। ਦੁਨੀਆ ਦੇ ਲੋਕ ਕਈ ਵਾਰ ਦੇਖਣ ਨੂੰ ਮਿਲਦਾ ਹੈ, ਘਰ ਵਿੱਚ ਏਸੀ ਲਵਾ ਲਿਆ, ਆਨੰਦ ਆ ਗਿਆ। ਦਫ਼ਤਰ ਵਿੱਚ ਏਸੀ ਲਵਾ ਲਿਆ, ਹੁਣ ਤੇ ਠੰਡ ਹੀ ਠੰਡ ਹੈ, ਗਰਮੀ ਦੀ ਕੋਈ ਪਤਾ ਹੀ ਨਹੀਂ ਲੱਗਦਾ। ਕਾਰ ਵੀ ਏਸੀ, ਘਰ ਵੀ ਏਸੀ, ਗੱਡੀ ਵੀ ਏਸੀ ਤੇ ਦਫ਼ਤਰ ਵੀ ਏਸੀ। ਪਰ ਜਦੋਂ ਕਿਤੇ ਉਹਦੇ ਕੋਲ ਹੋਵੋ ਤੇ ਪਤਾ ਲੱਗਦਾ ਹੈ ਗੱਲਬਾਤ ਕਰਨ ਤੋਂ ਬਾਅਦ ਕਿ ਅੱਗ ਕਿੰਨੀ ਕੁ ਬਲ ਰਹੀ ਹੈ। ਉਹਦੀ ਅੱਗ ਦੀ ਸਮਝ, ਉਹਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਭਾਵੇਂ ਬਾਹਰੋਂ ਸਰੀਰ ਨੂੰ ਠੰਡਾ ਤਾਂ ਕਰ ਲਿਆ ਹੈ, ਆਤਮਾ ਦੇ ਅੰਦਰ ਤਾਂ ਅੱਗ ਬਲ ਰਹੀ ਹੈ। ਲੇਕਿਨ ਦੂਸਰਾ ਪੱਖ ਸੀ ਇਤਿਹਾਸਕ ਪੱਖ ਦੇਖੋ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ ਨੇ, ਭਾਈ ਦਿਆਲਾ ਜੀ ਦੇਗ ਵਿੱਚ ਉਬਲ ਰਹੇ ਨੇ ਪਰ ਉਹਨਾਂ ਦਾ ਆਤਮਿਕ ਆਨੰਦ ਨਹੀਂ ਉਬਲਿਆ। ਇੱਕ ਪਾਸੇ ਪਾਣੀ ਉਬਲ ਰਿਹਾ ਹੈ, ਉਹਦੇ ਵਿੱਚ ਆਲੂ ਦੇ ਵਾਂਗ ਸਿੱਖ ਉਬਲ ਰਿਹਾ ਹੈ, ਪਰ ਉਹਦਾ ਆਤਮਿਕ ਆਨੰਦ ਨਹੀਂ ਉਬਲ ਰਿਹਾ। ਕਾਰਨ ਹੈ ਕਿਉਂਕਿ ਸਾਂਝ ਜਿਹੜੀ ਹੈ ਉਹ ਗੁਰੂ ਨਾਲ ਬਣੀ ਹੈ, ਗੁਰੂ ਤੋਂ ਖੁਸ਼ੀ ਲਈ ਹੈ। ਤਾਂ ਹੀ ਤਾਂ ਸਾਹਿਬ ਨੇ ਸਮਝਾਇਆ, ਦੁਨੀਆ ਕੀਆਂ ਵਡਿਆਈਆਂ ਅੱਗੀ ਸਿੱਤੀ। ਅਸੀਂ ਦੁਨੀਆ ਦੀਆਂ ਵਡਿਆਈਆਂ ਪਿੱਛੇ ਦੌੜਨਾ ਬੰਦ ਕਰਕੇ ਗੁਰੂ ਦੇ ਹੁਕਮ ਪਿੱਛੇ ਚੱਲਣਾ ਸ਼ੁਰੂ ਕਰ ਦਈਏ। ਗੱਲ ਹੈ ਸਾਰੀ ਹੁਕਮ ਵਿੱਚ ਚੱਲਣ ਦੀ।
ਗੱਲ ਹੈ ਆਤਮਾ ਨੂੰ ਉਹਦੇ ਹੁਕਮ ਵਿੱਚ ਲੈ ਕੇ ਤੁਰਨ ਦੀ। ਲੇਕਿਨ ਤੁਰਾਂਗੇ ਤਾਂ ਜੇ ਗੁਰੂ ਦਾ ਹੁਕਮ ਪਹਿਲਾਂ ਤੇ ਸੁਣਨਾ ਹੈ, ਫਿਰ ਮੰਨਣਾ ਹੈ ਤੇ ਫਿਰ ਉਹਨੂੰ ਜਿਉਣਾ ਹੈ। ਸਾਡੇ ਅੰਦਰ ਕਿਤੇ ਨਾ ਕਿਤੇ ਕਈ ਤਰ੍ਹਾਂ ਦੀਆਂ ਹੰਕਾਰ ਆ ਜਾਂਦੇ ਨੇ, ਨਫ਼ਰਤਾਂ ਆ ਜਾਂਦੀਆਂ ਨੇ, ਸਾੜੇ ਆ ਜਾਂਦੇ ਨੇ। ਉਹ ਨਫ਼ਰਤਾਂ ਸਾੜਿਆਂ ਨੂੰ ਖਤਮ ਕਰਨ ਦੀ ਜੇ ਕੋਈ ਸ਼ਕਤੀ ਹੈ ਤੇ ਉਹ ਗੁਰੂ ਕਾ ਸ਼ਬਦ ਹੈ। ਗੁਰ ਕਾ ਸ਼ਬਦ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਲ। ਗੁਰੂ ਦਾ ਸ਼ਬਦ ਐਸਾ ਹੈ ਜਿਹਨੂੰ ਚੋਰ ਚੋਰੀ ਨਹੀਂ ਕਰ ਸਕਦਾ। ਹਰ ਥਾਂ ਤੇ ਸਾਡੀ ਸਹਿਯੋਗ ਸਹਾਇਤਾ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਕਿੱਥੇ ਨਹੀਂ ਹੈ। ਗੁਰੂ ਦੇ ਉਪਦੇਸ਼ ਨੂੰ ਸੁਰਤ ਵਿੱਚ ਦ੍ਰਿੜ ਕਰਨਾ ਅਸੀਂ ਭੁੱਲਦੇ ਜਾਂਦੇ ਹਾਂ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਪੂਰੇ ਵਿਸ਼ਵ ਵਿੱਚ, ਪੂਰੇ ਸਿੱਖ ਜਗਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਜੁਲ ਕੇ ਸਾਰੇ ਕਾਰਜ ਜਿਹੜੇ ਚੱਲ ਰਹੇ ਨੇ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਿੱਥੇ 550 ਸਾਲਾ ਸਿੰਘ ਸਾਹਿਬ ਜੀ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ, ਮਨਾਇਆ ਵੀ ਜਾਣਾ ਹੈ, ਜਿਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਭ ਤੋਂ ਪਹਿਲਾਂ ਉੱਥੇ ਬਹੁਤ ਸਾਰੀ ਸੰਗਤ ਦਰਸ਼ਨ ਕਰਨ ਜਾਂਦੀ ਹੈ ਤੇ ਬਹੁਤਾਤ ਅਸੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਆਉਂਦੇ ਹਾਂ। ਤੇ ਜ਼ਿਆਦਾਤਰ ਇਤਿਹਾਸਿਕ ਗੁਰਦੁਆਰਾ ਸਾਹਿਬਾਨ 'ਚ ਜਾ ਕੇ ਇੱਕ ਹੱਥ ਜੋੜ ਕੇ ਮਾਫੀ ਮੰਗਣੀ ਚਾਹਾਂਗਾ, ਕਿਉਂਕਿ ਕਈ ਵਾਰਾਂ ਥੋੜਾ ਸਖਤ ਸ਼ਬਦ ਹੋਵੇ ਤੇ ਕਿਸੇ ਨੂੰ ਚੁੱਭ ਜਾਂਦਾ ਹੈ। ਇਤਿਹਾਸਿਕ ਗੁਰਦੁਆਰਾ ਸਾਹਿਬਾਨ ਵਿੱਚ ਵੀ ਜਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਹੀ ਵਾਪਸ ਆ ਜਾਂਦੇ ਹਾਂ। ਪਰ ਹੁੰਦਾ ਕੀ ਹੈ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਵਾਪਸ ਆਉਣਾ ਹੈ ਤੇ ਉਹ ਤਾਂ ਭਾਈ ਆਪਣੇ ਨੇੜੇ ਦੇ ਗੁਰਦੁਆਰੇ ਵੀ ਟੇਕ ਸਕਦੇ ਹੋ। ਲੇਕਿਨ ਇਤਿਹਾਸਿਕ ਸਥਾਨ ਤੇ ਜਾਣ ਦਾ ਮਕਸਦ ਇਹ ਹੈ ਕਿ ਜੇ ਉੱਥੇ ਜਾਓ ਤੇ ਉੱਥੋਂ ਦੇ ਇਤਿਹਾਸ ਦੀ ਜਾਣਕਾਰੀ ਘੱਟੋ ਘੱਟ ਜ਼ਰੂਰ ਲੈ ਕੇ ਆਇਓ। ਜੇ ਨਹੀਂ ਲਈ ਤੇ ਫਿਰ ਗੱਲ ਬਣਨੀ ਨਹੀਂ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾਣਾ ਹੈ, ਕਿੰਨੇ ਗੁਰਦੁਆਰੇ ਨੇ, ਕਿਹੜੇ ਕਿਹੜੇ ਨੇ, ਔਰ ਗੁਰੂ ਸਾਹਿਬ ਜੀ ਦੇ ਇੱਥੇ ਕੀ ਕੀ ਕੌਤਕ ਕੀਤੇ, ਉਹਨਾਂ ਦੀ ਜਾਣਕਾਰੀ ਜ਼ਰੂਰ ਲੈਣੀ। ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦੇ ਘਰ ਵਿੱਚ ਜਾਂਦੇ ਆ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਭੈਣ ਦੇ ਘਰ ਵਿੱਚ ਰਹਿੰਦੇ ਨੇ ਤੇ ਜਿੱਥੇ ਰਹਿੰਦੇ ਨੇ ਫਿਰ ਉਹ ਗੁਰਦੁਆਰਾ ਉੱਥੇ ਅੱਜ ਕੱਲ੍ਹ ਗੁਰੂ ਕਾ ਬਾਗ ਸੁਸ਼ੋਭਿਤ ਹੈ। ਔਰ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਦੇ ਘਰ ਵਿੱਚ ਗਏ, ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਾਦੀ ਹੋਈ, ਬਟਾਲੇ ਬਰਾਤ ਗਈ, ਉੱਥੇ ਹੀ ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਦੇ ਨਾਲ ਸੰਬੰਧ ਰੱਖਣ ਵਾਲਾ ਗੁਰਦੁਆਰਾ ਗੁਰੂ ਕਾ ਬਾਗ ਹੈ। ਦੂਸਰਾ, ਬੇਬੇ ਨਾਨਕੀ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਾਦੀ ਹੋ ਗਈ, ਉਹਨਾਂ ਨੇ ਆਪਣਾ ਘਰ ਵੱਖਰਾ ਬਣਾ ਲਿਆ। ਉਹ ਪੁਰਾਤਨ ਘਰ ਬੇਬੇ ਨਾਨਕੀ ਇੱਕ ਵੱਖਰਾ ਘਰ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਗਿਆ। ਫੁਲਕਾ ਤਵੇ ਤੇ ਪਾ ਕੇ ਕਿ ਵੀਰ ਜੀ ਆ ਕੇ ਪ੍ਰਸ਼ਾਦਾ ਛਕ ਲਓ। ਉਹ ਹੈ ਬੇਬੇ ਨਾਨਕੀ ਦਾ ਪੁਰਾਤਨ ਘਰ, ਦੂਸਰਾ ਗੁਰਦੁਆਰਾ। ਗੁਰਦੁਆਰਾ ਹਟ ਸਾਹਿਬ ਜਿੱਥੇ ਮੋਦੀ ਖਾਨਾ ਚਲਾਇਆ, ਉਹ ਵੀ ਸੁਸ਼ੋਭਿਤ ਹੈ। ਮੈਂ ਸੰਖੇਪ ਜੀ ਜਾਣਕਾਰੀ ਜ਼ਰੂਰ ਦੇ ਦੇਣੀ ਚਾਹੁੰਦਾ। ਔਰ ਇੱਕ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਜਦੋਂ ਮੋਦੀ ਖਾਨਾ ਚਲਵਾ ਰਹੇ ਸਨ ਤੇ ਨਵਾਬ ਕੋਲ ਸ਼ਿਕਾਇਤ ਕੀਤੀ, ਤੁਹਾਡਾ ਮੋਦੀ ਜਿਹੜਾ ਹੈ ਮੋਦੀ ਖਾਨਾ ਲੁਟਾਈ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਲੇਖਾ ਜੋਖਾ ਕਰਨ ਵਾਸਤੇ, ਜਿੱਥੇ ਲੇਖਾ ਜੋਖਾ ਕਰਨ ਵਾਸਤੇ ਬੁਲਾਇਆ ਗਿਆ ਜਿਸ ਕੋਠੜੀ ਦੇ ਵਿੱਚ, ਉੱਥੇ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਹੈ।
ਇਹ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਵੇਈ ਵਿੱਚ ਇਸ਼ਨਾਨ ਕਰਕੇ ਸਿਮਰਨ ਕਰਦੇ ਸਨ, ਉੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸ਼ਸ਼ੋਭਤ ਹੈ। ਅੱਜ ਤੇ ਸਾਡਾ, ਮੈਂ ਅਕਸਰ ਸਮੁੱਚੀ ਸਿੱਖ ਸੰਗਤ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ, ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ ਸੇਵਾਦਾਰ ਹੋਣ ਦੇ ਨਾਤੇ ਸਾਡਾ ਅੰਮ੍ਰਿਤ ਵੇਲਾ ਗਵਾਚਦਾ ਜਾ ਰਿਹਾ ਹੈ। ਲੇਕਿਨ ਸਿੱਖਾ ਅੰਮ੍ਰਿਤ ਵੇਲਾ ਸੰਭਾਲ ਲੈ। ਗੁਰੂ ਕਾ ਸਿਧਾਂਤ, ਗੁਰੂ ਕਾ ਫਲਸਫਾ, ਇਸ ਦੀ ਸੰਭਾਲ ਕਰਨੀ ਸਿੱਖ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਅੰਮ੍ਰਿਤ ਵੇਲੇ ਵੇਈ ਵਿੱਚ ਇਸ਼ਨਾਨ ਕਰਕੇ ਸਿਮਰਨ ਕਰਦੇ ਰਹੇ। ਜਿਸ ਜਗ੍ਹਾ ਤੇ ਸਿਮਰਨ ਕਰਦੇ ਰਹੇ ਔਰ ਉੱਥੇ ਜਦੋਂ ਕਦੀ ਆਪ ਜੀ ਦਰਸ਼ਨ ਕਰਨ ਵਾਸਤੇ ਜਾਓ, ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿੱਥੇ ਬਣਿਆ ਹੋਇਆ ਹੈ ਉੱਥੇ ਭੋਰਾ ਸਾਹਿਬ ਬਣਿਆ ਹੈ, ਤੇ ਭੋਰਾ ਸਾਹਿਬ ਦਾ ਜਿਹੜਾ ਥੜਾ ਸਾਹਿਬ ਬਣਿਆ ਹੈ, ਮੈਂ ਕੁਝ ਬਜ਼ੁਰਗਾਂ ਨੂੰ ਮਿਲ ਕੇ ਪੁੱਛਿਆ ਕਿ ਇਹਦੇ ਬਾਰੇ ਜਾਣਕਾਰੀ ਗੁਰਦੁਆਰਾ ਸਾਹਿਬ ਤੋਂ ਪਹਿਲੋਂ ਕੁਝ ਉਹ ਬਜ਼ੁਰਗ ਮਿਲੇ ਨੇ ਜਿਨ੍ਹਾਂ ਨੇ ਗੁਰਦੁਆਰਾ ਬੇਰ ਸਾਹਿਬ ਬਣਨ ਤੋਂ ਪਹਿਲੋਂ ਦੇ ਦਰਸ਼ਨ ਕੀਤੇ। ਉਹਨਾਂ ਦੱਸਿਆ ਕਿ ਜਿੱਥੇ ਭੋਰਾ ਸਾਹਿਬ ਹੈ ਉੱਥੇ 2 ਸ਼ਤੀਰੀਆਂ ਦੇ ਉੱਤੇ ਇੱਕ ਕਮਰਾ ਹੁੰਦਾ ਸੀ ਨਿੱਕੀ ਇੱਟ ਦਾ, ਜਿਸ ਦਾ ਦਰਵਾਜ਼ਾ ਬੇਰੀ ਸਾਹਿਬ ਵੱਲ ਹੁੰਦਾ ਸੀ। ਜਿਹੜਾ ਥੜਾ ਸਾਹਿਬ ਹੈ ਭੋਰਾ ਸਾਹਿਬ ਵਿੱਚ, ਉਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ, ਤੇ ਮੰਨਿਆ ਜਾਂਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਇਸੇ ਜਗ੍ਹਾ ਦੇ ਉੱਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੈਠਦੇ ਸਨ। ਔਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਇਹ ਜਿਹੜੀਆਂ ਬਖਸ਼ਿਸ਼ਾਂ ਨੇ, ਜਿਹੜੀਆਂ ਰਹਿਮਤਾਂ ਕੀਤੀਆਂ ਨੇ ਸਿੱਖ ਜਗਤ ਦੇ ਉੱਤੇ, ਮੈਂ ਅਕਸਰ ਇਹ ਗੱਲ ਕਹਿਣਾ ਹੈ ਕਿ ਸਮੁੱਚੇ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀਆਂ ਰਹਿਮਤਾਂ ਕੀਤੀਆਂ, ਬਖਸ਼ਾਂ ਕੀਤੀਆਂ, ਸੰਸਾਰ ਅੰਦਰ ਝਾਤ ਮਾਰਦਾ ਹੈ ਤੇ ਹੋ ਸਕਦਾ ਕਰੀਬਨ, ਮੈਂ ਗਲਤ ਵੀ ਹੋਵਾਂ, ਪਰ 5 ਲੱਖ ਦੇ ਕਰੀਬਨ ਮੇਰਾ ਅਨੁਮਾਨ ਹੈ ਗੁਰਦੁਆਰੇ ਹੋਣਗੇ ਪੂਰੀ ਦੁਨੀਆ ਵਿੱਚ ਸਿੱਖਾਂ ਦੇ। ਤੇ ਜੇ ਇੱਕ ਗੁਰਦੁਆਰੇ ਨਾਲ ਸੰਬੰਧਿਤ 3 ਵੀਰ ਭਾਈ ਮੰਨ ਲਈਏ, ਕੋਈ ਗੁਰਦੁਆਰੇ ਦਾ ਭਾਈ ਹੋਏਗਾ, ਰਾਗੀ, ਢਾਡੀ, ਕੋਈ ਕਥਾਵਾਚਕ, ਕਈ ਤਰ੍ਹਾਂ ਦੇ ਸੇਵਾਦਾਰ, ਪ੍ਰਸ਼ਾਦਾ ਪਾਣੀ ਛਕਣ ਵਾਲੇ, 5 ਨੂੰ 3 ਨਾਲ ਕੈਲਕੂਲੇਟ ਕਰੀਏ 15 ਲੱਖ ਲੋਕ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਗੁਰਦੁਆਰੇ ਨਾਲ ਜੁੜਿਆ ਹੋਏਗਾ। ਵੱਧ ਵੀ ਹੋ ਸਕਦਾ ਹੈ, ਲੇਕਿਨ ਜੇ 15 ਲੱਖ ਦੀ ਗੱਲ ਕਰੀਏ ਤੇ ਇੱਕ ਪਰਿਵਾਰ ਦੇ 5 ਮੈਂਬਰ ਮੰਨੀਏ ਤੇ 75 ਲੱਖ ਲੋਕਾਂ ਦਾ ਪੇਟ ਭਰ ਰਿਹਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਤੇ ਨਾ ਆਉਂਦੇ, ਗੁਰਦੁਆਰੇ ਨਹੀਂ ਸੀ ਹੋਣੇ, ਗੁਰਦੁਆਰੇ ਨਾ ਹੁੰਦੇ ਤੇ ਇਹ 15 ਲੱਖ ਲੋਕਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਚੱਲਦਾ। ਇਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ। ਔਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਈ ਵਿੱਚ ਟੁੱਬੀ ਲਾਈ ਤੇ ਜਿੱਥੇ ਬਾਹਰ ਆਏ ਉੱਥੇ ਗੁਰਦੁਆਰਾ ਸ੍ਰੀ ਸੰਤ ਘਾਟ ਸ਼ਸ਼ੋਭਤ ਹੈ, ਜਿੱਥੇ ਮੂਲ ਮੰਤਰ ਦਾ ਉਚਾਰਨ ਕੀਤਾ। ਉੱਥੇ ਇੱਕ ਬੜਾ ਪਿਆਰਾ ਅਜੂਬਾ ਟਾਈਪ ਬਣ ਰਿਹਾ ਹੈ, ਮੂਲ ਮੰਤਰ ਅਸਥਾਨ ਬਣ ਰਿਹਾ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਇਹ ਤਾਂ ਇਤਿਹਾਸਕ ਗੁਰਦੁਆਰੇ ਨੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬਾਨ ਨੇ, ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵੀ ਇੱਕ ਗੁਰਦੁਆਰਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵਿਆਹੁਣ ਵਾਸਤੇ ਡੱਲੇ ਜਾਂਦੇ ਨੇ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤਿਆਰੀ ਕੀਤੀ ਗਈ, ਜਿਸ ਥੜਾ ਸਾਹਿਬ ਤੇ ਬੈਠ ਕੇ ਤਿਆਰ ਹੋਏ, ਉੱਥੇ ਗੁਰਦੁਆਰਾ ਸਿਹਰਾ ਸਾਹਿਬ ਸ਼ਸ਼ੋਭਤ ਹੈ। ਔਰ ਜਿੱਥੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਨਮਾਜ਼ ਅਦਾ ਕੀਤੀ, ਧਿਆਨ ਦੀ ਗੱਲ ਕੀਤੀ, ਸੁਰਤ ਜੋੜਨ ਦਾ ਸੁਨੇਹਾ ਜਿੱਥੇ ਬਖਸ਼ਿਸ਼ ਕੀਤਾ, ਉਹਦੇ ਸੰਬੰਧ ਵਿੱਚ ਬਾਬਾ ਮਹਾਂਪੁਰਸ਼ਾਂ ਨੇ ਇੱਕ ਗੁਰਦੁਆਰਾ ਅੰਤਰਜਾਮਤਾ ਸਾਹਿਬ ਬਣਾਇਆ ਹੈ। ਇਹ ਇਤਿਹਾਸਕ ਅਸਥਾਨ ਹਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਕੱਲੇ ਕੱਲੇ ਦੇ ਇਤਿਹਾਸ ਦੀ ਸਾਂਝ ਕਰਾਂਗਾ, ਵਕਤ ਲੰਬਾ ਨਿਕਲ ਜਾਏਗਾ, ਫਿਰ ਕਿਤੇ ਇੱਕ ਇੱਕ ਦੀ ਕਰਕੇ ਆਪ ਜੀ ਨਾਲ ਸਾਂਝ ਤਾਂ ਜ਼ਰੂਰ ਕਰਨ ਦਾ ਯਤਨ ਕਰਾਂਗਾ। ਲੇਕਿਨ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ 550 ਸਾਲਾ ਮਨਾਉਣਾ ਹੈ ਆਪਾਂ,
ਸਿੰਘ ਸਾਹਿਬ ਜੀ ਰੋਜ਼ ਹੀ ਇੱਕ ਅਨਾਉਂਸਮੈਂਟ ਕਰਦੇ, ਦਾਸ ਸੁਣਦਾ ਤੇ ਬੜਾ ਖੁਸ਼ ਵੀ ਹੁੰਦਾ ਹੈ ਕਿ ਇੱਕ ਬੱਚਾ ਅਡਾਪਟ ਕਰੋ। 550 ਸਾਲਾਂ ਮਨਾ ਰਹੇ ਹੋ ਤੇ ਯਤਨ ਕਰੋ ਕਿ ਬੱਚਿਆਂ ਨੂੰ ਵਿੱਦਿਆ ਦਿੱਤੀ ਜਾ ਸਕੇ। ਮੈਂ ਕਹਾਂ ਕਿ ਭਿਖਾਰੀ ਨੂੰ ਦੇਣ ਨਾਲੋਂ ਵਿੱਦਿਆ ਦੇਣ ਵਾਲੇ ਨੂੰ ਦੇਣਾ ਬਹੁਤ ਵੱਡਾ ਪੁੰਨ ਹੈ। ਕਿਸੇ ਨੂੰ ਗੁਣ ਦੇਣਾ, ਕਿਸੇ ਨੂੰ ਵਿੱਦਿਆ ਦੇਣੀ, ਇਹਦੇ ਨਾਲੋਂ ਵੱਡਾ ਹੋਰ ਕੋਈ ਪੁੰਨ ਨਹੀਂ, ਵੱਡੀ ਕੋਈ ਸੇਵਾ ਨਹੀਂ, ਬਹੁਤ ਵੱਡੀ ਸੇਵਾ ਹੈ। ਤੇ ਇਸ ਦੇ ਨਾਲ ਕੁਝ ਗੱਲਾਂ ਹੋਰ ਆਪਾਂ ਨਾਲ ਸੌਖੇ ਹੀ ਹੈ, ਬਹੁਤਾ ਔਖਾ ਕੰਮ ਨਹੀਂ ਕਰਨਾ। ਉਹ ਇਹ ਹੈ ਕਿ ਅਸੀਂ ਅੱਜ ਸਾਡੇ ਸਾਰੀ ਯੰਗ ਜਨਰੇਸ਼ਨ ਵੀ ਖਾਸ ਕਰਕੇ ਬਹੁਤ ਸਾਰੀ ਅਸੀਂ ਸੋਸ਼ਲ ਮੀਡੀਆ ਤੇ ਬੈਠ ਕੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਬਹੁਤ ਫਖਰ ਸਮਝਣ ਲੱਗ ਗਏ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖੋ, ਕਿਸੇ ਸਿੱਖ ਦੇ ਪੜਦੇ ਕੱਜੀਏ, ਸਿੱਖ ਨੂੰ ਨਾਲ ਲੈ ਕੇ ਚੱਲੀਏ, ਆਪਾਂ ਆਪਸ ਵਿੱਚ ਮਿਲ ਜੁਲ ਕੇ ਰਹੀਏ। ਜੇ ਕੋਈ ਕਿਸੇ ਨਾਲ ਗਿਲਾ ਸ਼ਿਕਵਾ ਹੋਵੇ ਤੇ ਫੇਸਬੁੱਕ WhatsApp ਦੇ ਉੱਤੇ ਆਪਾਂ ਨਾ ਕਿਸੇ ਦੀਆਂ ਗੱਲਾਂ ਉਛਾਲੀਏ, ਆਪਸ ਵਿੱਚ ਮਿਲ ਕੇ ਸਾਰਾ ਯਤਨ ਕਰੀਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਾਡੇ ਸਿਰ ਤੇ ਬਖਸ਼ਿਸ਼ ਭਰਿਆ ਹੱਥ ਰੱਖਣ। ਅਸੀਂ ਅੱਜ ਕੱਲ੍ਹ ਫੋਨ ਦੀ ਫੈਸਿਲਿਟੀ ਹੈ, ਜੇ ਕਿਸੇ ਕੋ ਜਾ ਨਹੀਂ ਸਕਦੇ ਫੋਨ ਕਰਕੇ ਜੇ ਕੋਈ ਗਲਤ ਠੀਕ ਨਹੀਂ ਵੀ ਤੇ ਉਹਨੂੰ ਅਸੀਂ ਸਮਝਾ ਸਕਦੇ ਹਾਂ। ਪਰ ਅਸੀਂ ਇੱਕ ਦੂਜੇ ਨੂੰ ਵੱਧ ਘੱਟ ਬੋਲਣ ਵਿੱਚ ਬੜੀ ਵਡਿਆਈ ਸਮਝਣ ਲੱਗ ਗਏ, ਲੇਕਿਨ ਇਹ ਕੋਈ ਵਡਿਆਈ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮਝਾਉਣ ਦਾ ਤਰੀਕਾ ਇੰਨਾ ਨਿਆਰਾ ਹੈ, ਇੰਨਾ ਪਿਆਰਾ ਹੈ ਕਿ ਕਿਸੇ ਗਲਤ ਨੂੰ ਵੀ ਸਮਝਾਇਆ ਹੈ ਤੇ ਇੰਨਾ ਕੋ ਪਿਆਰ ਨਾਲ ਸਮਝਾਇਆ, ਇੰਨਾ ਕਸਾਊ ਤਰੀਕੇ ਨਾਲ ਸਮਝਾਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਜੇ ਅਸੀਂ 550 ਸਾਲਾਂ ਮਨਾਉਣਾ ਹੈ ਤੇ ਮੈਂ ਅੱਜ ਇਹ ਗੱਲ ਵੀ ਇਸ ਸਟੇਜ ਤੋਂ ਜ਼ਰੂਰ ਕਹਿਣੀ ਚਾਹਾਂਗਾ, ਧੜੇਬੰਦੀਆਂ ਤੋਂ, ਪਾਰਟੀਆਂ ਤੋਂ, ਸਭ ਕੁਝ ਤੋਂ ਉੱਪਰ ਉੱਠ ਕੇ 550 ਸਾਲਾਂ ਇੱਕ ਹੋ ਕੇ ਹੋਹ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ ਵਾਲਾ ਜਿਹੜਾ ਸਿਧਾਂਤ ਹੈ ਉਹਨੂੰ ਦ੍ਰਿੜ ਕਰਕੇ 550 ਸਾਲਾਂ ਮਨਾਈਏ। ਅਸੀਂ ਨਿੱਕੀਆਂ ਨਿੱਕੀਆਂ ਗੱਲਾਂ, ਛੋਟੀਆਂ ਮੋਟੇ ਗਿਲੇ ਸ਼ਿਕਵੇ ਦੂਰ ਛੱਡ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 550 ਸਾਲਾਂ ਮਨਾਉਣ ਦਾ ਯਤਨ ਕਰਨਾ ਹੈ। ਸੋ ਜੇ ਅਸੀਂ ਮਿਲ ਕੇ 550 ਸਾਲਾਂ ਮਨਾ ਲਵਾਂਗੇ, ਮੈਨੂੰ ਲੱਗਦਾ ਹੈ ਕਿ ਜੇ ਜਦੋਂ ਆਪਾਂ ਘਰਾਂ ਵਿੱਚ ਕੋਈ ਵਿਆਹ ਕਰਦੇ ਹਾਂ, ਪ੍ਰੋਗਰਾਮ ਕਰਦੇ ਹਾਂ, ਬਹੁਤ ਸਾਰੀਆਂ ਕੰਮ ਕਰਦਿਆਂ ਕਮੀਆਂ ਰਹਿ ਜਾਂਦੀਆਂ। ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਕੋਈ ਕਮੀ ਨਹੀਂ ਰਹਿਣ ਦਿਆਂਗੇ, ਦਾਅਵਾ ਨਹੀਂ ਕਰਦੇ। ਗੁਰੂ ਕਿਰਪਾ ਕਰੇ, ਸਿਰ ਤੇ ਹੱਥ ਰੱਖੇ ਤੇ ਅਸੀਂ ਯਤਨ ਕਰ ਸਕੀਏ ਤੇ ਆਪ ਜੀਆਂ ਦੀਆਂ ਸੇਵਾਵਾਂ ਵਿੱਚ ਅਸੀਂ ਜੁਟ ਕੇ ਭਾਵਨਾ ਨਾਲ ਸੇਵਾ ਕਰ ਸਕੀਏ, ਇਹ ਯਤਨ ਜ਼ਰੂਰ ਰਹੇਗਾ। ਲੇਕਿਨ ਜੇ ਕਿਤੇ ਕਮੀਆਂ ਵੀ ਰਹਿ ਜਾਣ ਤੇ ਆਪਣੇ ਵਿਆਹਾਂ ਵਿੱਚ, ਆਪਣੇ ਪ੍ਰੋਗਰਾਮਾਂ ਵਿੱਚ ਨਹੀਂ ਰਹਿ ਜਾਂਦੀਆਂ, ਬਾਅਦ 'ਚ ਅਸੀਂ ਐਨਾਲਿਸਿਸ ਤਾਂ ਕਰਦੇ ਹੀ ਹਾਂ। ਉਹਨਾਂ ਕਮੀਆਂ ਨੂੰ ਇਸ਼ੂ ਨਾ ਬਣਾਇਓ। ਮੇਰੀ ਇਹ ਵੀ ਬੇਨਤੀ ਹੈ ਕਿ ਕਿਸੇ ਵੇਲੇ ਕੋਈ ਵਾਧਾ ਘਾਟਾ ਹੋਏ, ਉਹਨਾਂ ਨੂੰ ਅਸੀਂ ਆਪਸ ਵਿੱਚ ਮਿਲ ਕੇ ਹਾਂ ਠੀਕ ਈਮੇਲ ਰਾਹੀਂ ਵੀ ਸਾਰਿਆਂ ਦੇ ਸੁਝਾਅ ਲੈ ਤੇ ਉਹਨਾਂ ਦੇ ਉੱਤੇ ਵਿਚਾਰ ਕਰਕੇ 550 ਸਾਲਾਂ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੇ ਖੁਸ਼ੀ ਲੈਣੀ ਹੈ, ਗੁਰੂ ਕੀ ਕਿਰਪਾ ਦੀ ਬਖਸ਼ਿਸ਼ ਲੈਣੀ ਹੈ, ਤੇ ਜਿਹੜਾ ਅਸੀਂ ਅੰਦਰੋਂ ਲੁੱਟੇ ਜਾ ਰਹੇ ਹਾਂ ਉਹਦੇ ਤੋਂ ਬਚੀਏ। ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਲੋਕ ਪਰਲੋਕ ਸਵਾਰਨ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਇਹ ਬਖਸ਼ਿਸ਼ ਕੀਤਾ ਹੈ, ਰਹਿਮਤ ਕੀਤੀ ਸਾਡੇ ਤੇ, ਇਹ ਸ਼ਬਦ ਬਖਸ਼ਿਆ ਹੈ, ਅਬ ਮੇਰੋ ਪੰਚਾਂ ਤੇ ਸੰਗ ਟੂਟਾ। ਅਸੀਂ ਪੰਚਾਂ ਦੇ ਕੋਲੋਂ ਖੜਾ ਛਡਾ ਲਿਆ, ਕਾਮ ਕਰੋ ਲੋ ਮੋਹ ਹੰਕਾਰ, ਠੱਗਾਂ ਤੋਂ ਬਚ ਗਏ। ਬਚੇ ਕਿੱਦਾਂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਇਹ ਅੰਮ੍ਰਿਤ ਬਚਨ ਪਾ ਰਹੇ ਹਨ। ਬਿਖਮ ਥਾਨ ਬਹੁਤ ਬਹੁਤ ਧਰੀਆ, ਅਨੇਕ ਰਾਖ ਸੂਰੂਟਾ। ਸੂਰੂਟਾ ਹੁੰਦਾ ਹੈ ਸੂਰਮੇ। ਜਿਹੜੇ ਖਜ਼ਾਨੇ ਹੱਥ ਵਿੱਚ ਲੱਗਣੇ ਸੀ ਨਾ, ਆਤਮਿਕ ਖਜ਼ਾਨੇ ਜਿਹੜੇ ਹੱਥ ਵਿੱਚ ਲੱਗਣੇ ਸੀ ਪਰਮਾਤਮਾ ਦੀ ਬਖਸ਼ਿਸ਼ ਦੇ, ਉਹਨਾਂ ਤੋਂ ਅਸੀਂ ਦੂਰ ਰਹਿ ਗਏ, ਕਿਉਂਕਿ ਰਸਤੇ ਵਿੱਚ ਬੜੇ ਸੂਰਮੇ, ਕਾਮ ਕਰੋ ਲੋ ਮੋਹ ਹੰਕਾਰ ਵਰਗੇ
ਕਈ ਤਰ੍ਹਾਂ ਦੀਆਂ ਰਾਜ ਸ਼ਕਤੀਆਂ ਵਰਗੇ ਸਾਡੇ ਰਸਤੇ ਦੇ ਵਿੱਚ ਜਿਹੜੇ ਸੀਗੇ ਉਹ ਸੂਰਮੇ ਖੜੇ ਹੋ ਗਏ ਤੇ ਉਹਨਾਂ ਨੇ ਸਾਨੂੰ ਖਜ਼ਾਨੇ ਤੱਕ ਪਹੁੰਚਣਾ ਜਿਹੜਾ ਸੀ, ਆਤਮਿਕ ਖਜ਼ਾਨਾ ਜਿਹੜਾ ਸੀ ਲੁੱਟਣਾ ਸੀਗਾ। ਲੁੱਟਣਾ ਹੈ ਤਾਂ ਲੂਟ ਲੈ ਜਿਹੜਾ ਸੀਗਾ, ਰਾਮ ਨਾਮ ਜਿਹੜਾ ਲੁੱਟਣਾ ਸੀ ਨਾ, ਉਹ ਅਸੀਂ ਲੁੱਟਣ ਤੋਂ ਵਾਂਝੇ ਰਹਿ ਗਏ। ਕਿਉਂ? ਖਜ਼ਾਨਾ ਸਾਡੇ ਹੱਥ ਨਹੀਂ ਆਇਆ, ਕਿਉਂਕਿ ਰਸਤੇ ਵਿੱਚ ਕਈ ਤਰ੍ਹਾਂ ਦੇ ਸੂਰਮੇ, ਕਈ ਤਰ੍ਹਾਂ ਦੀਆਂ ਰੋਕਾਂ ਸਨ। ਉਹਨਾਂ ਰੋਕਾਂ ਕਰਕੇ ਅਸੀਂ ਉਸ ਖਜ਼ਾਨੇ ਤੱਕ ਸਾਨੂੰ ਪਹੁੰਚਣਾ ਜਿਹੜਾ ਹੈ ਉਹ ਕਠਨ ਤੇ ਮੁਸ਼ਕਲ ਹੋ ਗਿਆ। ਵਿਖਮ ਮਾਰਗ ਕਰ ਪਹੁੰਚੈ ਨਾਹੀ, ਸੰਤ ਸਨਥ ਭੈ ਲੂਟਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਣਾ ਕਰਦੇ ਨੇ ਕਿ ਭਾਈ ਜਿਹੜਾ ਵਿਖਮ ਗਾਰ ਕਰ ਪਹੁੰਚੈ ਨਾਹੀ, ਗਾਰ ਕਹਿੰਦੇ ਨੇ ਖਾਈ ਨੂੰ, ਟੋਏ ਨੂੰ। ਰਸਤੇ ਦੇ ਵਿੱਚ ਇੱਕ ਬਹੁਤ ਵੱਡੀ ਖਾਈ ਸੀ ਜਿੱਥੇ ਪਹੁੰਚਣਾ ਬਹੁਤ ਮੁਸ਼ਕਲ ਸੀ। ਲੇਕਿਨ ਇੱਕ ਗੱਲ ਹੋਈ ਕਿ ਰੱਬ ਦੀਆਂ 7 ਪੁਰਸ਼ਾਂ ਨਾਲ ਮਿਲਾਪ ਹੋਇਆ। ਉਹਨਾਂ ਰੂਹਾਂ ਨਾਲ ਮਿਲਾਪ ਹੋਣ ਕਰਕੇ ਸਾਡੇ ਤੇ ਕਿਰਪਾ ਕੀਤੀ, ਉਹਨਾਂ ਦੀ ਸੰਗਤ ਨਸੀਬ ਹੋਈ ਤੇ ਅਸੀਂ ਉਸ ਜਿਹੜਾ ਖਜ਼ਾਨੇ ਤੱਕ ਪਹੁੰਚਣਾ ਬਹੁਤ ਔਖਾ ਸੀ, ਜਿਹੜਾ ਆਤਮਿਕ ਖਜ਼ਾਨਾ, ਖੁਰਾਕ ਚਾਹੀਦੀ ਸੀ, ਸਰੀਰ ਨੂੰ ਚਲਾਉਣ ਲਈ ਭੋਜਨ ਤੇ ਆਤਮਾ ਨੂੰ ਚਲਾਉਣ ਲਈ ਭਜਨ ਦੀ ਲੋੜ ਹੈ। ਜਿਹੜੇ ਲੁੱਟ ਰਹੇ ਸੀ ਉਹਨਾਂ ਲੁਟੇਰਿਆਂ ਤੋਂ ਬਚਾਉਣ ਵਾਸਤੇ ਸਾਡੀ ਜਿਹੜੀ ਮਦਦ ਕੀਤੀ, ਉਹ ਸਤਿਪੁਰਸ਼ਾਂ ਨੇ ਸਾਨੂੰ ਲੁੱਟਣੋਂ ਬਚਾ ਕੇ ਸਾਡੇ ਤੇ ਕਿਰਪਾ ਕੀਤੀ ਹੈ। ਸਾਡਾ ਸਾਥ ਜਿਹੜਾ ਦਿੱਤਾ ਹੈ, ਸਤਿਪੁਰਸ਼ਾਂ ਨੇ ਇਹ ਸਾਡਾ ਸਾਥ ਦਿੱਤਾ ਹੈ। ਬਹੁਤ ਖਜ਼ਾਨੇ ਮੇਰੇ ਪਾਲੇ ਪਰਿਆ, ਅਮੋਲ ਲਾਲ ਆਖੂਟਾ। ਸਾਡੇ ਪੱਲੇ ਬਹੁਤ ਵੱਡੇ ਜਿਹੜੇ ਖਜ਼ਾਨੇ ਸੀ, ਜਿਹੜੇ ਅਮੋਲਕ ਖਜ਼ਾਨੇ ਸੀ, ਜਿਹੜੇ ਅਮੁੱਕ ਖਜ਼ਾਨੇ ਸੀ, ਨਾ ਮੁੱਕਣ ਵਾਲੇ। ਪਰਮਾਤਮਾ ਦੇ ਜਿਹੜੀ ਆਤਮਾ ਦੀ ਖੁਰਾਕ, ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਹੈ ਨਾ, ਇਹ ਮੁੱਕਣ ਵਾਲਾ ਨਹੀਂ, ਅਮੁੱਕ ਖਜ਼ਾਨਾ ਹੈ, ਜਿਹੜਾ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹੜਾ ਜਿਹਦੇ ਵਿੱਚ ਕੋਈ ਮਿਲਾਵਟ ਵੀ ਨਹੀਂ ਹੈ ਤੇ ਖੋਟ ਵੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਖਜ਼ਾਨਾ ਸਾਨੂੰ ਮਿਲ ਗਿਆ, ਸਾਡੇ ਪੱਲੇ ਪੈ ਗਿਆ, ਸਾਨੂੰ ਬਖਸ਼ਿਸ਼ ਹੋ ਗਈ, ਸਾਨੂੰ ਨਸੀਬ ਹੋ ਗਿਆ ਹੈ। ਜਨ ਨਾਨਕ ਪ੍ਰਭ ਕਿਰਪਾ ਧਾਰੇ, ਤਉ ਮਨ ਮਹਿ ਹਰ ਰਸ ਘੂਟਾ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਦਾਸ ਦੇ ਉੱਤੇ ਪ੍ਰਮਾਤਮਾ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹਰੀ ਦੇ ਜਿਹੜੇ ਅੰਮ੍ਰਿਤ ਰੂਪੀ ਨਾਮ ਦੇ ਘੁੱਟ ਸੀਗੇ, ਉਹ ਘੁੱਟ ਕਰਕੇ ਪੀਤੇ। ਜਦੋਂ ਅਸੀਂ ਪ੍ਰਮਾਤਮਾ ਦੇ ਗਿਆਨ ਦਾ, ਪ੍ਰਮਾਤਮਾ ਦੇ ਨਾਮ ਦਾ, ਪ੍ਰਮਾਤਮਾ ਦੇ ਰਸ ਨੂੰ ਪੀਵਾਂਗੇ ਨਾ, ਤੇ ਫਿਰ ਦੂਸਰੇ ਰਸ ਫਿੱਕੇ ਲੱਗਣ ਲੱਗ ਜਾਣਗੇ। ਸਭ ਤੋਂ ਮਹਾਨ ਰਸ ਹੀ ਪ੍ਰਮਾਤਮਾ ਦੇ ਨਾਮ ਦਾ ਹੈ। ਜੇ ਜਿੰਨੇ ਵੀ ਦੁਨੀਆ ਦੇ ਅੰਦਰ ਮਿੱਠੇ ਨੇ, ਸਭ ਤੋਂ ਕੋਈ ਮਿੱਠੀ ਚੀਜ਼, ਜਿਵੇਂ ਅਸੀਂ ਕਹਿੰਦੇ ਹਾਂ ਕਿ ਗੁੜ ਬੜਾ ਮਿੱਠਾ ਹੈ, ਪਰ ਗੁੜ ਨਾਲੋਂ ਜ਼ਿਆਦਾ ਮਿੱਠਾ ਖੰਡ ਵਿੱਚ ਹੁੰਦਾ ਹੈ, ਤੇ ਖੰਡ ਨਾਲੋਂ ਜ਼ਿਆਦਾ ਮਿੱਠਾ ਮਿਸ਼ਰੀ ਵਿੱਚ ਹੁੰਦਾ ਹੈ, ਤੇ ਮਿਸ਼ਰੀ ਨਾਲੋਂ ਵੀ ਜ਼ਿਆਦਾ ਮਿੱਠਾ ਜਿਹੜਾ ਹੈ ਸ਼ਹਿਦ ਵਿੱਚ ਹੁੰਦਾ ਹੈ। ਪਰ ਸਾਹਿਬ ਨੇ ਬਾਣੀ 'ਚ ਬਚਨ ਕਰਕੇ ਸਮਝਾਇਆ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਜੇ ਕੋਈ ਸ਼ਹਿਦ ਨਾਲੋਂ ਵੀ ਮਿੱਠਾ ਹੈ ਤੇ ਉਹ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਨਾਮ ਰੂਪੀ ਜਿਹੜਾ ਮਿੱਠਾ ਸ਼ਹਿਦ ਹੈ ਨਾ, ਉਹ ਜਿਹੜੀ ਆਤਮਾ ਦੇ ਅੰਦਰੋਂ ਸ਼ਹਿਦ ਖਾਣ ਤੋਂ ਬਾਅਦ ਸਾਨੂੰ ਇੱਕ ਆਨੰਦ ਜਿਹੜਾ ਮਿਲਦਾ ਹੈ, ਉਸ ਤੋਂ ਕਿਤੇ ਵਧੇਕ ਆਨੰਦ ਮਿਲਦਾ ਹੈ ਜਦੋਂ ਪਰਮਾਤਮਾ ਦੇ ਨਾਮ ਦਾ ਆਨੰਦ ਲੈਂਦੇ ਹਾਂ, ਪਰਮਾਤਮਾ ਦੀ ਬਖਸ਼ਿਸ਼ ਦਾ ਆਨੰਦ ਲੈਂਦੇ ਹਾਂ। ਜਦੋਂ ਪਰਮਾਤਮਾ ਨਾਲ ਜੁੜਦੀ ਹੈ ਨਾ ਆਤਮਾ, ਉਦੋਂ ਸੱਚ ਕਰਕੇ ਜਾਣਿਓ ਅੰਦਰਲਾ ਟਿਕਾਓ ਵਿੱਚ ਆ ਜਾਂਦਾ ਹੈ।
ਅੰਦਰਲਾ ਭਟਕਣੋਂ ਰੁਕ ਜਾਂਦਾ ਹੈ, ਅੰਦਰ ਸੱਚੇ ਪਾਤਸ਼ਾਹ ਦੇ ਨਾਲ ਨੇਹੋਂ ਜਦੋਂ ਲੱਗ ਜਾਂਦਾ ਹੈ ਨਾ, ਉਦੋਂ ਫਿਰ ਇੱਕ ਬੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੁੰਦੀ ਹੈ ਤੇ ਅਸੀਂ ਬਚ ਜਾਂਦੇ ਹਾਂ ਉਹਨਾਂ ਲੁਟੇਰਿਆਂ ਤੋਂ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਕਾਮਦਾਇਕ ਲੁਟੇਰੇ ਨੇ। ਜਿਹੜੇ 5 ਲੁਟੇਰੇ ਲੁੱਟਣਾ ਚਾਹੁੰਦੇ ਸਨ, ਇੰਨੀ ਠੱਗੀ ਜਗ ਠੱਗਿਆ, ਇਹਨਾਂ ਜਿਹਨਾਂ ਠੱਗਾਂ ਨੇ ਜਗ ਨੂੰ ਠੱਗਿਆ ਹੋਇਆ ਸੀ ਨਾ, ਇਹਨਾਂ ਠੱਗਾਂ ਤੋਂ ਅਸੀਂ ਬਚ ਜਾਂਦੇ ਹਾਂ। ਸਤਿਗੁਰੂ ਜੀ ਦੀ ਰਹਿਮਤ ਸਾਡੇ ਤੇ ਹੋ ਜਾਂਦੀ ਹੈ, ਉਹਨਾਂ ਦੀ ਬਖਸ਼ਿਸ਼ ਸਾਡੀ ਝੋਲੀ ਵਿੱਚ ਪੈ ਜਾਂਦੀ ਹੈ। ਅਸੀਂ ਸੋਸ਼ਲ ਮੀਡੀਆ ਦੀ ਯੋਗ ਵਰਤੋਂ ਕਰਕੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਲੋਕ ਪਰਲੋਕ ਸਵਾਰਨ ਵਾਲੇ ਪਾਸੇ ਆਈਏ ਭਾਈ। ਅਸੀਂ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ, ਸਤਿਗੁਰ ਦੇ ਮਾਰਗ ਤੇ ਚੱਲਦੇ ਹਾਂ, ਉਸਤਤ ਜਹਾਨ ਕਰਦਾ ਹੈ। ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਾਂਗੇ ਤੇ ਸੰਸਾਰ ਆਪੇ ਹੀ ਤਾਰੀਫ ਕਰੇਗਾ। ਤਾਰੀਫ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਕਾਲ ਵਿੱਚ ਇਹ ਸਮਝਾਉਣਾ ਕੀਤਾ ਹੈ। ਉਹਨਾਂ ਨੇ ਸੰਸਾਰ ਤੇ ਆ ਕੇ ਬਹੁਤ ਆਪਣੇ ਜੀਵਨ ਕਾਲ ਦੇ ਅੰਦਰ ਸਭ ਨਸਲਾਂ ਧਰਮਾਂ ਤੋਂ ਉੱਪਰ ਉੱਠ ਕੇ, ਸਭ ਕਾਹੇ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਉਪਦੇਸ਼ ਉਸ ਇੱਕ ਅਕਾਲ ਪੁਰਖ ਦਾ ਦੇਣਾ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 10 ਪਾਤਸ਼ਾਹੀਆਂ ਦੀ ਜੋਤ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਗੁਰੂ ਕੇ ਸ਼ਬਦ ਦੇ ਨਾਲ ਜੋੜਨਾ ਕੀਤਾ ਹੈ। ਯਾਦ ਰੱਖੋ, ਜਿਹੜਾ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੀ, ਜਿਹੜਾ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੀ, ਉਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 10ਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਦਾ ਬਣਾਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰੂ ਕੌਣ ਸੀ? ਸ਼ਬਦ ਗੁਰੂ ਸੀਗਾ। ਆਪ ਜੀ ਨੇ ਬਾਣੀ ਵਿੱਚ ਬਹੁਤ ਵਾਰ ਪੜ੍ਹਿਆ ਹੈ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਦੁਨੀਆ ਦੇ ਉੱਤੇ ਜਿਹੜਾ ਵੀ ਕੋਈ ਮਨੁੱਖ ਆਇਆ ਹੈ, ਉਹਦਾ ਗੁਰੂ ਸ਼ਬਦ ਗੁਰੂ ਹੈ। ਜਿਹੜਾ ਵੀ ਮਨੁੱਖ ਮਾਂ ਦੀ ਕੁੱਖ ਤੋਂ ਪੈਦਾ ਹੋ ਕੇ ਸੰਸਾਰ ਤੇ ਆਇਆ, ਚਾਹੇ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਵੀ ਦੇਸ਼ ਦੇ ਰਹਿਣ ਵਾਲਾ ਹੋਵੇ, ਕਿਸੇ ਵੀ ਮਜ਼ਹਬ ਨਾਲ ਸੰਬੰਧ ਰੱਖਣ ਵਾਲਾ ਹੋਵੇ, ਕਿਉਂਕਿ ਮਨੁੱਖ ਦੇ ਅੰਦਰ 3 ਤਰ੍ਹਾਂ ਦੀਆਂ ਚੀਜ਼ਾਂ ਸਾਇੰਸ ਮੰਨਦੀ ਜਾਂਦੀਆਂ ਨੇ। ਇੱਕ ਸੋਲਿਡ, ਲਿਕੁਇਡ ਤੇ ਗੈਸਜ, 3 ਚੀਜ਼ਾਂ ਜਾਂਦੀਆਂ ਨੇ। ਲੇਕਿਨ ਚੌਥੀ ਚੀਜ਼ ਜੇ ਕੋਈ ਸਾਡੇ ਅੰਦਰ ਜਾਂਦੀ, ਉਹ ਜਾਂਦਾ ਹੈ ਸ਼ਬਦ। ਤੇ ਸ਼ਬਦ ਜਿਹੋ ਜਿਹੇ ਮਨੁੱਖ ਦੇ ਅੰਦਰ ਜਾਣਗੇ, ਉਵੇਂ ਦਾ ਮਨੁੱਖ ਦਾ ਜੀਵਨ ਬਣੇਗਾ। ਜੇ ਚੰਗੇ ਸ਼ਬਦ ਜਾਣਗੇ, ਮਨੁੱਖ ਚੰਗਾ ਬਣ ਜਾਏਗਾ। ਜੇ ਮਾੜੇ ਜਾਣਗੇ, ਇਹ ਮਨੁੱਖ ਮਾੜਾ ਹੋ ਜਾਏਗਾ। ਜਿਹੜੀ ਸਾਡੀ ਮੈਮਰੀ ਹੈ, ਹੁਣ ਜਿਵੇਂ ਅੱਜ ਕੱਲ੍ਹ ਆਪਾਂ ਮੋਬਾਈਲ ਵਿੱਚ, ਕੰਪਿਊਟਰ ਵਿੱਚ ਜੋ ਫੀਡ ਕਰ ਲਈਏ, ਉਹਦੀ ਮੈਮਰੀ ਵਿੱਚ ਜੋ ਪਾਵਾਂਗੇ ਉਹੀ ਸੁਣਨ ਤੇ ਦੇਖਣ ਨੂੰ ਮਿਲੇਗਾ। ਜਿਹੋ ਜਿਹੀਆਂ ਫੋਟੋਆਂ ਪਾ ਲਓ, ਜਿਹੋ ਜਿਹੀਆਂ ਆਡੀਓ ਵੀਡੀਓ ਪਾ ਲਓ, ਉਹੀ ਦੇਖਣ ਨੂੰ ਮਿਲਦੀਆਂ। ਸੇਮ ਹੈ, ਜਿਵੇਂ ਮਨੁੱਖ ਆਪਣੀ ਸੁਰਤ ਦੇ ਅੰਦਰ ਵੀ ਜਿਵੇਂ ਦਾ ਇਹ ਗਿਆਨ ਪਾਵੇਗਾ, ਜੇ ਚੰਗਾ ਪਾਵੇਗਾ ਮਨੁੱਖ ਮਹਾਨ ਬਣ ਜਾਏਗਾ, ਚੰਗਾ ਬਣ ਜਾਏਗਾ। ਜੇ ਮਾੜਾ ਪਾਵੇਗਾ, ਇਹ ਮਾੜਾ ਬਣ ਜਾਏਗਾ। ਇਹਦਾ ਮਤਲਬ ਕਿ ਮਨੁੱਖ ਦੇ ਅੰਦਰ ਜਿਹੜੀ ਹੈ ਉਹ ਜਾਂਦੀ ਹੈ ਤੇ ਕੀ ਜਾਂਦਾ ਹੈ? ਸ਼ਬਦ ਜਾਂਦਾ ਹੈ। ਮਨੁੱਖ ਦਾ ਗੁਰੂ ਹੈ ਤੇ ਸ਼ਬਦ ਹੈ। ਤੇ ਕਿਹੜਾ ਸ਼ਬਦ ਗੁਰੂ ਹੋਵੇ, ਉਹ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ਼ਬਦ ਰੂਪ ਸਾਨੂੰ ਸਤਿਗੁਰੂ ਜੀ ਨੇ ਤਕਰੀਬਨ 250 ਸਾਲ ਦਾ ਵਕਤ ਲਾ ਕੇ ਬਖਸ਼ਿਸ਼ ਕੀਤਾ ਹੈ, ਜਿਹਦੇ ਨਾਲ ਮਨੁੱਖ ਦਾ ਲੋਕ ਤੇ ਪਰਲੋਕ ਸਵਰ ਸਕਦਾ ਹੈ। ਸੋ ਮੈਂ ਸਮੁੱਚੇ ਮੈਨੇਜਮੈਂਟ ਕਮੇਟੀ ਦਾ ਬਹੁਤ ਹਾਰਦਿਕ ਤੌਰ ਤੇ ਧੰਨਵਾਦ ਜਿੱਥੇ ਕਰਦਾ ਹਾਂ। ਮਾਨਯੋਗ ਸਿੰਘ ਸਾਹਿਬ ਜੀ ਦਾ, ਗਿਆਨੀ ਰਣਜੀਤ ਸਿੰਘ ਜੀ ਦਾ ਅਤੇ ਗਿਆਨੀ ਬਚਿੱਤਰ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣੀ ਅੱਜ ਗਿਆਨੀ ਬਚਿੱਤਰ ਸਿੰਘ ਜੀ ਦੀ ਕਥਾ ਸੀ, ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ। ਧੰਨਵਾਦ ਕਰਦਿਆਂ ਹੋਇਆਂ ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ, ਗੁਰੂ ਦੇ ਬਚਨ ਆਪਣੇ ਹਿਰਦੇ 'ਚ ਵਸਾ ਕੇ ਇੱਕ ਅਰਦਾਸ ਮੇਰੇ ਵਾਸਤੇ ਵੀ ਕਰ ਦੇਣੀ। ਸਤਿਗੁਰੂ ਜੀ, ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਹੈ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ, ਬਖਸ਼ੋ ਅਸੀਸ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।